ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਸਿਮਰੋ ਦੁਖ ਨੇ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾ। ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼। ਸ਼੍ਰੀ ਹਰਿ ਰਾਏ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਓ। ਸ਼੍ਰੀ ਤੇਗ ਬਹਾਦਰ ਪਰਮ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਧਰੋ ਧਰਾ ਪਰ ਪੁੰਨ ਸੀਸ ਜੀ ਪੁੰਨ ਸੀਸਾ। ਬੰਦਾਂ ਬਾਰੰਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ੍ਰੀ ਗੁਰ ਹਮਨੈ ਸੋਨਿਓ ਸੋ ਨਾਮਾ। ਦੱਤਾਤਰੇਯ ਭਾ ਜਗ ਅਭਿਰਾਮਾ। ਤੁਮ ਕਰੁਣਾ ਤੇ ਲੋਚਨ ਦੇਖਾ। ਪਰਮਹੰਸ ਅਵਧੂਤ ਵਿਸੇਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਣ ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਮੁਬਾਰਕ ਨਿੱਘੀ ਗੋਦ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ। महाराज सच्चे पातशाह जियों के पावन पवित्र लड़ीवार इतिहास कथा वार्ता महाराज सच्चे पातशाह जियों दी सरवण कर रहे हाँ। वख वख थावां तो धन गुरु नानक देव महाराज जी दीन दुनिया नूं तारदियां होया सतगुरु गुरु नानक देव महाराज सच्चे पातशाह जी तपदी होई लुकाई नूं उपदेश दे रहे हन। वख वख थावां ते भ्रमण कीता और भाई संतोख सिंह जी हुणां ने महाराज सच्चे पातशाह जियां दी जिहड़ी भेंट है जिहड़े बड़े पुरातन रिखी होए हन अनमत दे अंदर सनातन मत दे अंदर जिवें काक पसुंडी
ਉਹਨਾਂ ਦੇ ਜੀਵਨ ਦੀ ਕਥਾ ਵਾਰਤਾ ਸਰਵਣ ਕੀਤੀ ਹੈ ਕਿ ਕਿਸ ਤਰ੍ਹਾਂ ਗੁਰੂ ਦਾ ਆਦਰ ਸਨਮਾਨ ਨਾ ਮਿਲਣ ਕਰਨ ਕਰਕੇ ਉਹਨਾਂ ਦੀ ਜਿਹੜੀ ਇਹ ਹਾਲਤ ਹੋਈ। ਚਲਦਿਆਂ ਚਲਦਿਆਂ ਫਿਰ ਭਾਈ ਸਾਹਿਬ ਜੀਆਂ ਨੇ ਜਿਹੜੀ ਕਥਾ ਵਾਰਤਾ ਦੱਤਾਤਰੇయ ਦੀ ਉਹ ਪ੍ਰਾਰੰਭ ਕੀਤੀ ਹੈ। ਐਸੇ ਹੀ ਮਹਾਨ ਜਿਹੜੇ ਪ੍ਰਾਤਨ ਰਿਖੀ ਹਨ ਜਿਨ੍ਹਾਂ ਦੀ ਉਦਾਹਰਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਮਹਾਰਾਜ ਜੀਆਂ ਨੇ ਅਨੇਕਾਂ ਰਿਖੀਆਂ ਦੀਆਂ ਉਦਾਹਰਨਾਂ ਦਿੱਤੀਆਂ ਹਨ। ਸੋ ਉਹ ਵਾਲੇ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਬਾਬਾ ਕਬੀਰ ਸਾਹਿਬ ਜੀਆਂ ਨੂੰ ਪੁੱਛਿਆ, ਬਾਬਾ ਜੀ ਪਰਮਾਤਮਾ ਦਾ ਨਾਮ ਕਿਸ ਪ੍ਰਕਾਰ ਜਪੀਏ, ਤੇ ਬਾਬਾ ਜੀ ਨੇ ਉੱਤਰ ਦਿੱਤਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੀ ਮੇਰੇ ਅੰਤਰ ਗੁਰ ਗੋਪਾਲਾ। ਜਾਂ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਹਮ ਹੀ ਪਛਹਾਰੇ। RAM ਕਹੇ ਕਰਤਾਲ ਬਜਾਵੇ, ਚਟਿਆ ਸਭੇ ਬਿਗਾਰੇ। RAM ਨਾਮਾ ਜਪਬੋ ਕਰੈ, ਹਿਰਦੇ ਹਰ ਜੀ ਕੋ ਸਿਮਰਨ ਕਰੈ। ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਣੀ। ਪੂਤ ਪ੍ਰਹਿਲਾਦ ਕਹਾ ਨਹੀਂ ਮਾਨੈ, ਤਿਨ ਤੋ ਔਰੈ ਠਾਨੀ। ਦੁਸ਼ਟ ਸਭਾ ਮਿਲ ਮੰਤਰੁ ਪਾਇਆ, ਕਰਸੈ ਔਦ ਕਨੇਰੀ। ਗੇਰ ਤਾਰ ਜਾਲ ਜੁਆਲਾ ਪੈ ਰਾਖਿਓ, ਰਾਜਾ RAM ਆਇਆ ਫੇਰੀ। ਉਹਨਾਂ ਮਹਾਨ ਮਹਾਪੁਰਸ਼ਾਂ ਦੇ ਜੀਵਨ ਦੀ ਕਥਾ ਵਾਰਤਾ, ਜੀਵਨ ਦੇ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਕੱਲ ਰੋਜ਼ ਦੱਤਾਤਰੇయ ਦੀ ਕਥਾ ਸੀ, ਨਾਲ ਅੱਜ ਭਗਤ ਪ੍ਰਹਿਲਾਦ ਜੀਆਂ ਦੇ ਜੀਵਨ ਦੇ ਪ੍ਰਸੰਗ ਵੀ ਪ੍ਰਾਰੰਭ ਹੋਣੇ ਹਨ। ਉਹਨਾਂ ਮਹਾਨ ਰਿਖੀਆਂ ਨੂੰ ਵੀ ਬਾਰੰਬਾਰ ਵੰਦਨਾ ਹੈ। ਸੋ ਆਓ ਸਾਧ ਸੰਗਤ ਜੀ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਕੋਈ ਪਿਰਸ ਨਾ ਵਾਂਝੀ ਨਾ ਰਹੇ। ਸ਼ਰਧਾ ਭਾਵਨੀ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ੍ਰੀ ਗੁਰ ਹਮਨੈ ਸੁਨਿਓ ਸੋ ਨਾਮਾ। ਚਲਦਿਆਂ ਹੋਇਆਂ ਜਿਸ ਵਕਤ ਇੱਕ ਥਾਂ ਗਏ, ਬੜੀ ਭਾਰੀ ਦੇਹੀ ਦੇ ਇੱਕ ਇਨਸਾਨ ਲੰਮੇ ਪਏ ਹੋਏ ਹਨ। ਪੁੱਛ ਕੀਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਸੰਗੀਆਂ ਨੇ। ਭਾਈ ਮਰਦਾਨਾ ਜੀ ਨੇ, ਮਹਾਰਾਜ ਇਹ ਕੌਣ? ਬਿਨਾਂ ਬੋਲਿਆਂ ਤੋਂ ਸਤਿਗੁਰੂ ਜੀ ਸਾਨੂੰ ਕਿਸ ਪ੍ਰਕਾਰ ਪਤਾ ਲੱਗੇਗਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਭਾਈ ਦੱਤਾਤਰੇయ। ਨਾਮ ਸੁਣਦਿਆਂ ਮਹਾਰਾਜ ਜੀ ਨੂੰ ਲੱਗੇ ਕਹਿਣ, ਸਤਿਗੁਰੂ ਜੀ ਇਹ ਨਾਮ ਪਹਿਲਾਂ ਸੁਣਿਆ ਹੋਇਆ ਹੈ। ਦੱਤਾਤਰੇ ਪਾ ਜਗ ਅਭਿਰਾਮਾ। ਜਿਹੜਾ ਜਗਤ ਦੇ ਅੰਦਰ ਬੜੇ ਮਹਾਨ, ਤੁਮ ਕਰੁਣਾ ਤੇ ਲੋਚਨ ਦੇਖਾ। ਪਾਤਸ਼ਾਹ ਤੁਹਾਡੀ ਕਿਰਪਾ ਨਾਲ ਇਹਨਾਂ ਨੂੰ ਅੱਜ ਅੱਖੀਂ ਵੇਖਿਆ ਹੈ। ਪਰਮਹੰਸ ਅਵਧੂਤ ਵਿਸੇਖਾ। ਜਿਹੜੇ ਬੜੇ ਹੀ ਵੱਡੇ ਤਥਾ ਪਰਮਹੰਸ ਮਹਾਨ ਪਦਵੀ ਵਾਲੇ ਹਨ। ਆਬੇਹ ਬਦਨ ਬੁਲਾਇਆ ਚਹੀਏ। ਪਾਤਸ਼ਾਹ ਹੁਣ ਤੁਸੀਂ ਇਹਨਾਂ ਨਾਲ ਕੋਈ ਵਾਰਤਾ ਤਾਂ ਕਰੋ, ਕੋਈ ਗੱਲਬਾਤ ਤਾਂ ਕਰੀਏ। ਗਿਆਨ ਬਚਨ ਕੋ ਸੁਣੀਏ ਕਹੀਏ। ਮਹਾਰਾਜ ਗਿਆਨ ਦੀਆਂ ਕੋਈ ਗੱਲਾਂ ਬਾਤਾਂ ਆਪਸ ਵਿੱਚ ਪਰਸਪਰ ਮਿਲ ਬੈਠ ਕਰਕੇ ਕਰੀਏ। ਬੋਲੇ ਤੇ ਮਤ ਹੋਏ ਲਖਾਈ। ਮਹਾਰਾਜ ਜੇ ਬੋਲਾਂਗੇ ਤਾਂ ਹੀ ਗੱਲ ਮਤ ਦਾ ਪਤਾ ਲੱਗੇਗਾ ਨਾ, ਜਦੋਂ ਬੋਲਾਂਗੇ ਨਾ ਫਿਰ ਕਿਵੇਂ ਪਤਾ ਲੱਗੂਗਾ? ਮਹਾਰਾਜ ਜਦੋਂ ਕੋਈ ਗੱਲਬਾਤ ਪਰਸਪਰ ਹੋਵੇਗੀ ਫਿਰ ਹੀ ਪਤਾ ਲੱਗੇਗਾ। ਤੂਸਨ ਤੇ ਨਹਿ ਜਾਣਿਓ ਜਾਈ। ਮਹਾਰਾਜ ਜੇ ਚੁੱਪ ਹੈ ਫਿਰ ਨਹੀਂ ਪਤਾ ਲੱਗਣਾ। ਸਵਈਆ ਸ੍ਰੀ ਗੁਰ ਬੈਨ ਪਨੇ ਤਬ ਹੀ, ਤੁਮ ਹੋਤ ਸਰੀਰ ਤੇ ਬੋਲਤ ਨਾਹੀ। ਮਹਾਰਾਜ ਫਿਰ ਦੱਤਾਤਰੇయ ਨੂੰ ਵਚਨ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਰਿਖੀ ਜੀ ਤੁਸੀਂ ਸਰੀਰ ਦੇ ਵਿੱਚ ਹੋ, ਤੁਹਾਡੇ ਕੋਲ ਸਰੀਰ ਹੈ, ਸਰੀਰ ਦੇ ਹੁੰਦਿਆਂ ਆਪ ਜੀ ਕਿਉਂ ਨਹੀਂ ਬੋਲਦੇ? ਜੋ ਲਗ ਦੇਹ ਨਿਰਾਸ ਨਾ ਤੋ ਲਗ, ਯੋ ਸੁਨ ਕੈ ਸਮਝੋ ਮਨ ਮਾਹੀ। ਕਹਿੰਦੇ ਮਹਾਰਾਜ ਜੀਆਂ ਨੇ ਸ਼ਬਦ ਕਹੇ ਵੀ ਜਦੋਂ ਤੱਕ ਇਹ ਦੇਹੀ ਹੈ ਉਦੋਂ ਤੱਕ ਸੰਸਾਰ ਵਿੱਚ ਇਸ ਵਿਦ ਨਿਰਾਸ਼ ਹੋ ਕੇ ਕੰਮ ਨਹੀਂ ਚੱਲਣਾ। ਇਸ ਵਿਦ ਨਿਰਾਸ਼ ਹੋਇਆ ਗੱਲ ਨਹੀਂ ਬੰਨੀ, ਬੋਲਣਾ ਪੈਣਾ ਹੈ। ਖੋਲੋ ਨੈਣ ਰੱਖੋ ਮਨ ਕੋ ਥਿਰ,
ਔਰ ਬਿਲੋਕਨ ਚਿੱਤ ਡੁਲਾਈ। ਆਪਣੇ ਨੈਣਾਂ ਨੂੰ ਖੋਲੋ, ਜਿਹੜਾ ਆਪਣਾ ਧਿਆਨ ਹੈ, ਜਿੱਥੇ ਧਿਆਨ ਜੁੜਿਆ ਹੋਇਆ ਹੈ, ਧਿਆਨ ਨੂੰ ਆਪਣਾ ਉੱਥੇ ਹੀ ਰੱਖੋ। ਧਿਆਨ ਨਾ ਆਪਣਾ ਡੁਲਾਓ, ਧਿਆਨ ਤੁਸੀਂ ਆਪਣਾ ਸਥਿਰ ਉਸੇ ਥਾਂ ਤੇ ਤੁਸੀਂ ਰੱਖਣਾ ਕਰੋ। ਧਿਆਨ ਨੂੰ, ਚਿੱਤ ਨੂੰ ਨਾ ਤੁਸੀਂ ਡੁਲਾਓ। ਸਤਿਗੁਰੂ ਮਹਾਰਾਜ ਜੀ ਨੇ ਨਾ ਬਾਣੀ ਵਿੱਚ ਸਿੱਖ ਦਾ ਜੀਵਨ ਕਿਸ ਪ੍ਰਕਾਰ ਦਾ ਹੋਵੇ, ਜਦੋਂ ਸ਼ਬਦ ਪੜ੍ਹਨੇ ਆ ਮਹਾਰਾਜ ਜੀਆਂ ਦੇ, ਲੋਗਣ ਸਿਉ ਮੇਰਾ ਠਾਠਾ ਬਾਗਾ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਪ੍ਰਾਣ ਪ੍ਰਭ ਆਪਣਾ ਤਰਤਾ। ਕਹਿੰਦੇ ਜੀ ਜੇ ਕੋਈ ਸੰਸਾਰ ਵਿੱਚ ਮਿਲੇ ਮੁਖ ਦੀ ਗੱਲ, ਸੰਸਾਰ ਵਿੱਚ ਵਿਵਹਾਰਿਕ ਗੱਲ ਤਾਂ ਕਰਨੀ ਹੈ, ਤੁਸ਼ਨ ਰਿਆ ਕੰਮ ਤਾਂ ਨਹੀਂ ਚੱਲਣਾ। ਚੁੱਪ ਰਿਆ, ਜੇ ਕੋਈ ਚੁੱਪ ਕਰ ਜਾਏ ਵੀ ਮੈਂ ਤਾਂ ਅੰਦਰ ਵੀ ਮੁਖ ਤੇ ਮੇਰੇ ਸਿਮਰਨ ਹੈ, ਵੀ ਮੈਂ ਕਿਸੇ ਨਾਲ ਬੋਲਣਾ ਤੱਕ ਨਹੀਂ, ਭਾਵੇਂ ਉਹ ਵਿਵਹਾਰਕ ਹੋਵੇ, ਕਿਸੇ ਪ੍ਰਕਾਰ ਹੋਵੇ, ਮੈਂ ਬੋਲਣਾ ਹੀ ਛੱਡ ਦਿੱਤਾ। ਮਹਾਰਾਜ ਕਹਿੰਦੇ ਨਹੀਂ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਪ੍ਰਾਣ ਪ੍ਰਭ ਆਪਣਾ ਤਰਤਾ। ਮੁਖ ਦੀ ਗੱਲ ਕਰਨੀ ਹੈ, ਪਰ ਅੰਦਰ ਥਾਂ ਕਿਸ ਨੂੰ ਦੇਣੀ ਹੈ, ਉਹ ਹੈ ਪਰਿਪੂਰਨ ਪਰਮਾਤਮਾ ਦਾ ਨਾਮ। ਮੁਖ ਦੀ ਗੱਲ ਹੈ, ਪਰ ਜੀ ਪ੍ਰਾਣ ਪ੍ਰਭ ਆਪਣਾ ਧਰਤਾ, ਅੰਦਰ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਥਾਂ ਦੇਣੀ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਬਚਨ ਕਰਦੇ ਹਨ, ਏਕ ਹੀ ਵਿਆਪਕ ਹੈ ਸਭ ਮੈਂ, ਕਰਤਾਰ ਬਿਨਾ ਘਟ ਕੋ ਨਹਿ ਆਹੀ। ਮਹਾਰਾਜ ਕਹਿੰਦੇ ਇੱਕ ਹੀ ਸਾਰੇ ਪਾਸੇ ਵਿਆਪਕ ਹੈ, ਉਹ ਪਰਿਪੂਰਨ ਪਰਮਾਤਮਾ। ਪਰਮਾਤਮਾ ਤੋਂ ਬਿਨਾ ਕੋਈ ਵੀ ਘਟ, ਕੋਈ ਐਸੀ ਥਾਂ ਨਹੀਂ ਜਿੱਥੇ ਸਾਹਿਬ ਨਾ ਹੋਵੇ। ਸਵਈਆ ਦਤ ਕਹਿ ਕਛ ਕਾਜ ਨਹੀਂ ਜਗ। ਦੱਤਾਤਰੇय ਲੱਗੇ ਕਹਿਣ, ਕਹਿੰਦੇ ਜੀ ਹੁਣ ਬੋਲਣ ਦਾ ਕੋਈ ਕੰਮ ਤਾਂ ਨਹੀਂ ਰਹਿ ਗਿਆ। ਬੋਲਣ ਕੋ ਨਹਿ ਮੋਹਿ ਸੁਭਾਵ, ਮੇਰਾ ਬੋਲਣ ਦਾ ਸੁਭਾਅ ਰਿਹਾ ਹੀ ਨਹੀਂ। ਆਸ ਕੋ ਨਿਰਾਸ ਕੋ ਛੋਰ ਨਿਰਾਸ ਭਇਓ, ਮੈਂ ਆਸ ਛੱਡ ਕੇ ਨਿਰਾਸ਼ ਹੋ ਗਿਆ ਹਾਂ। ਮਨ ਕੀਨ ਸਦਾ ਥਿਰ ਨਾਹੇ ਡੁਲਾਉ, ਹੁਣ ਮੇਰਾ ਮਨ ਇੱਕ ਥਾਂ ਇੱਕ ਪਰਮਾਤਮਾ ਵਿੱਚ ਮੈਂ ਟਿਕਾਇਆ ਹੋਇਆ ਹੈ, ਹੁਣ ਮੇਰਾ ਅੰਦਰ ਡੋਲਦਾ ਨਹੀਂ। ਪੂਰਨ ਭੀ ਕਰੁਣਾ ਹਮ ਪੈ, ਮਾਲਕ ਦੀ ਪੂਰਨ ਕਿਰਪਾ ਹੈ। ਔਰ ਬੀਚ ਬਸਿਓ ਤਿਹ ਸੋ ਲਿਵ ਲਾਉ, ਜਿਹੜਾ ਹਿਰਦੇ ਦੇ ਅੰਦਰ ਵਸਿਆ ਹੋਇਆ ਹੈ, ਮੈਂ ਉਹਦੇ ਸੰਗ ਲਿਵ ਜੋੜੀ ਹੋਈ ਹੈ। ਰੋਮ ਹੈ ਰੋਮ ਰਚਿਓ ਸੋ ਭਲੀ, ਉਹ ਜੋ ਸਾਹਿਬ ਰੋਮ ਰੋਮ ਅੰਦਰ ਵਸਿਆ ਹੋਇਆ ਹੈ। ਕਿਉਂ ਰਸਨਾ ਅਬ ਬੈਨ ਅਲਾਉ, ਕਹਿੰਦੇ ਫਿਰ ਬੋਲਣ ਦੀ ਬਾਕੀ ਲੋੜ ਹੀ ਨਹੀਂ ਰਹਿ ਗਈ। ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲੱਗੇ ਕਹਿਣ ਦੁਬਾਰਾ, ਫਿਰ ਕਹਿੰਦੇ ਜੀ ਹਿਰਦੇ ਅੰਦਰ ਹੁਣ ਉਹ ਜੂ ਵਸ ਗਿਆ ਹੈ। ਚੌਪਈ ਸੁਨਤੇ ਮਤ ਕੋ ਸ੍ਰੀ ਗੁਰ ਬੋਲੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਉਹਨਾਂ ਬਾਬਤ ਸੁਣ ਕਰਕੇ ਬੋਲੇ ਹਨ, ਧੰਨ ਤੁਮੇ ਮਨ ਰਹਿਤ ਅਡੋਲੇ। ਧੰਤਾ ਜੋਗ ਹੋ ਜਿਹੜੇ ਆਪਣੇ ਮਨ ਨੂੰ ਤੁਸੀਂ ਡੋਲਣ ਨਹੀਂ ਦਿੰਦੇ। ਤੁਹਾਡਾ ਆਪਣਾ ਜਿਹੜਾ ਅੰਦਰ ਅਡੋਲ ਹੈ, ਆਪਣਾ ਮਨ ਅਡੋਲ ਤੁਸਾਂ ਨੇ ਰੱਖਿਆ ਹੋਇਆ ਹੈ। ਮਨੁਆ ਬਾਹਰ ਦੇ ਰੰਗ ਢੰਗ ਵੇਖ ਕੇ ਡੋਲ ਪੈਂਦਾ ਹੈ, ਮਨੁਆ ਡੋਲਦਾ ਹੈ। ਬਾਬਾ ਜੀ ਬਚਨ ਕਰਦੇ ਹਨ ਭਗਤ ਰਵਿਦਾਸ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬੋਲ, ਮਾਟੀ ਕੋ ਪੁਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਰੋਂਦਾ ਕੌਣ ਹੈ? ਅੰਦਰ ਮਨੁਆ ਹੀ ਤਾਂ ਰੋ ਰਿਹਾ ਹੈ। ਇਹ ਕਦੀ ਖੁਸ਼ ਹੋ ਰਿਹਾ, ਇਹ ਕਦੀ ਗਮੀ ਦੇ ਵਿੱਚ ਆ ਰਿਹਾ ਹੈ। ਕੁਛ ਪਾ ਲਿਆ, ਬੜਾ ਪ੍ਰਸੰਨ ਹੋ ਗਿਆ, ਖੋ ਲਿਆ ਤੇ ਰੋ ਲਿਆ। ਕਹਿੰਦੇ ਮਹਾਰਾਜ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੱਤਾਤਰੇయ ਨੂੰ ਲੱਗੇ ਕਹਿਣ, ਤੁਸੀਂ ਧੰਨੋ ਜਿਨ੍ਹਾਂ ਆਪਣਾ ਮਨੁਆ ਅਡੋਲ ਰੱਖਿਆ ਹੈ। ਬਾਹਰ ਦਾ ਦੁੱਖ ਸੁੱਖ, ਬਾਹਰ ਗਮ ਤੁਹਾਡੇ ਉੱਪਰ ਰੰਚਕ ਮਾਤਰ ਵੀ ਪ੍ਰਭਾਵ ਨਹੀਂ ਪਾਉਂਦਾ। ਆਤਮ ਗਿਆਨ ਉਦਕ ਕੇ ਮਾਹੀ, ਆਤਮ ਗਿਆਨ ਦੇ ਅੰਦਰ ਰਹੋ ਮੀਨ ਜਿਉ ਮਗਨ ਸਦਾ ਹੀ। ਆਤਮ ਗਿਆਨ ਰੂਪੀ ਸਮੁੰਦਰ ਦੇ ਅੰਦਰ ਜਿਸ ਪ੍ਰਕਾਰ ਇੱਕ ਮਛਲੀ ਜਲ ਦੇ ਅੰਦਰ ਵਾਸਾ ਪਾ ਕੇ ਆਨੰਦ ਪਾਉਂਦੀ ਹੈ, ਤੁਸੀਂ ਆਤਮ ਗਿਆਨ ਵਿੱਚ ਵਾਸਾ ਪਾ ਕੇ ਆਨੰਦ ਪਾਵੋ। ਕੁੰਡਲ ਕਟਕਾਦਿਕ ਲੰਕਾਰਾ, ਔਰ ਕੁੰਡਲ ਸੋਨਾ ਆਦਿਕ ਇਹ ਜੋ ਵਿਭੂਤ, ਇਹ ਜੋ ਗਹਿਣੇ ਹਨ,
ਸਭ ਕੂਰੇ ਔਰ ਬੀਚ ਵਿਚਾਰਾ ਹਿਰਦੇ ਅੰਦਰ ਵਿਚਾਰਿਆ ਰੰਗ ਤਮਾਸ਼ੇ ਸਾਰੇ ਕੂੜੇ ਹਨ। ਜੋ ਕੰਚਨ ਹੈ ਸਰਬ ਆਧਾਰਾ ਜੋ ਸੋਨਾ ਜੋ ਮਾਲਕ ਦਾ ਨਾਮ ਸਾਰਿਆਂ ਦਾ ਆਧਾਰ ਹੈ। ਸੋ ਸਾਚੋ ਨੀਕੀ ਬਿਦ ਉਹ ਧਾਰਾ ਸੱਚਾ ਹਿਰਦੇ ਅੰਦਰ ਚੰਗੀ ਤਰ੍ਹਾਂ ਤੁਸਾਂ ਨੇ ਪਹਿਚਾਨਿਆ ਹੈ। ਅਸ ਕਹਿ ਕਰ ਮਿਲ ਆਪਸ ਇਸ ਮਾਹੀ ਵਿਦ ਸਤਿਗੁਰੂ ਜੀ ਤਥਾ ਦੱਤਾਤਰੇय ਆਪਸ ਵਿੱਚ ਮਿਲ ਕਰਕੇ ਹਰਖਤ ਪੇ ਦੋਹ ਦਿਸ ਸੁਖ ਦੋਹਾਂ ਪਾਈ ਦਿਸ਼ਾ ਤੋਂ ਪ੍ਰਸੰਨ ਹੋਏ ਹਨ। ਕੇਤਕ ਕਾਲ ਬੈਠ ਤੇ ਪਾਸਾ ਕੁਝ ਸਮਾਂ ਉੱਥੇ ਬੈਠ ਕਰਕੇ ਚਲਨੇ ਤਿਆਰ ਭਏ ਸੁਖ ਰਾਸਾ ਸਵਾਮੀ ਜੀ ਸੁਖਾਂ ਦੀ ਰਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਚੱਲਣ ਲੱਗੇ ਹਨ। ਕਰ ਬੰਧਨ ਕੋ ਸੀਸ ਨਿਵਾਏ ਆਪਸ ਵਿੱਚ ਹੱਥ ਜੋੜ ਪਰਸਪਰ ਨਮਸਕਾਰ ਕੀਤੀ। ਆਗੇ ਸ੍ਰੀ ਗੁਰ ਬਹੁਰ ਸਿਧਾਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਅਗਾਂਹ ਨੂੰ ਚਾਲਾ ਮਾਰਿਆ। ਕਮਲ ਬਦਨ ਸੁਖ ਸਦਨ ਸੁਹਾਵਨ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਮਲ ਬੰਦਨ ਵਰਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਪੂਰਨ ਧਿਆਏ ਭਇਓ ਮਨ ਇਹ ਭਾਵਨ ਸਾਧ ਸੰਗਤ ਜੀ ਇਹ ਵਾਲਾ ਅਧਿਆਏ ਸੰਪੰਨ ਹੋਇਆ ਹੈ। ਦੋਹਰਾ ਸ੍ਰੀ ਗੁਰ ਚਰਨ ਸਰਨ ਪਰ ਜਨਮ ਮਰਨ ਹਰ ਪੀਰ ਸਤਿਗੁਰੂ ਗੁਰੂ ਮਾਲਕ ਸੱਚੇ ਪਾਤਸ਼ਾਹ ਪਰਿਪੂਰਨ ਪਰਮਾਤਮਾ ਦੇ ਪੂਰਨ ਸਤਿਗੁਰੂ ਦੇ ਚਰਨਾ ਕਮਲਾਂ ਦੇ ਉੱਪਰ ਮੈਂ ਆਪਣਾ ਸੀਸ ਰੱਖ ਦੇਵਾਂ। ਜੋ ਸਤਿਗੁਰੂ ਮੇਰੀ ਜਨਮ ਤਥਾ ਮਰਨ ਦੀ ਪੀੜਾ ਨੂੰ ਹਰਨ ਵਾਲੇ ਦੂਰ ਕਰਨ ਵਾਲੇ ਹਨ। ਜਿਉ ਪਾਰ ਸਰੰਕਹ ਮਿਲੈ ਦਾਰਦ ਰਹਿ ਨਾ ਤੀਰ ਜਿਵੇਂ ਕਿਸੇ ਅੱਤ ਦੇ ਕੰਗਾਲ ਬੰਦੇ ਨੂੰ ਪਾਰਸ ਦੀ ਵੱਟੀ ਮਿਲ ਜਾਏ, ਜਿਹਨੂੰ ਛੁਆਏ ਉਹ ਸੋਨਾ ਬਣ ਜਾਏ ਵੱਖ-ਵੱਖ ਧਾਤਾਂ ਨਾਲ, ਉਹਦੇ ਕੋਲ ਫਿਰ ਦਲਿੱਦਰ ਉਹਦੇ ਕੋਲ ਨਹੀਂ ਰਹਿੰਦਾ, ਦਲਿੱਦਰ ਉਹਦੇ ਕੋਲੋਂ ਚਲਾ ਜਾਂਦਾ ਹੈ। ਇਸ ਪ੍ਰਕਾਰ ਹੈ ਸਤਿਗੁਰੂ ਮਹਾਰਾਜ ਜੀਆਂ ਦਾ ਨਾਮ, ਇਸ ਪ੍ਰਕਾਰ ਹਨ ਗੁਰੂ ਦੇ ਮੁਬਾਰਕ ਚਰਨ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਲਕ ਜੀਆਂ ਦੇ ਮੁਬਾਰਕ ਚਰਨ ਗੁਰੂ ਦਾ ਨਾਮ ਇਸ ਪ੍ਰਕਾਰ ਹੈ ਜਿਵੇਂ ਅੱਤ ਦੇ ਕੰਗਾਲ ਬੰਦੇ ਨੂੰ ਕੋਈ ਵੱਟੀ ਮਿਲ ਜਾਏ ਪਾਰਸ ਦੀ ਤੇ ਫਿਰ ਉਹਦੇ ਕੋਲ ਦਲਿੱਦਰ ਕਿਸੇ ਪ੍ਰਕਾਰ ਦੀ ਕੋਈ ਕਮੀ ਆਦ ਨਹੀਂ ਰਹਿੰਦੀ ਧਨ ਸੰਪਦਾ ਦੀ। ਜਿਹਨੂੰ ਮਾਲਕ ਦਾ ਨਾਮ ਮਿਲ ਗਿਆ ਉਹਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਬਾਕੀ ਨਹੀਂ ਰਹਿੰਦੀ। ਸ੍ਰੀ ਬਾਲਾ ਸੰਦਰ ਬਾਚ ਚੌਪਈ ਅਗਰਜ ਸ੍ਰੀ ਗੁਰ ਕੀਨ ਪਿਆਨੰ ਸਤਿਗੁਰੂ ਜੀਆਂ ਨੇ ਇਸ ਤੋਂ ਅਗਾਂਹ ਚਾਲਾ ਮਾਰਿਆ ਹੈ। ਅਲਲਾ ਚੀਨ ਬਿਹੰਗ ਜਿਹ ਥਾਨੰ ਜਿਹੜੀ ਥਾਂ ਤੇ ਅਲਲਾ ਚੀਨ ਨਾਮ ਬਿਹੰਗ ਜਿਸ ਥਾਂ ਤੇ ਉਹਦਾ ਵਾਸਾ ਹੈ। ਗਜਨ ਗਹਿਤ ਜੋ ਨਿਜ ਪਗ ਚੂੰਚੇ ਜਿਹੜੇ ਆਪਣੇ ਚੁੰਝ ਦੇ ਨਾਲ ਹਿਰਨ ਤਥਾ ਛੋਟੇ 12 ਸਿੰਘਾਂ ਨੂੰ ਪੀ ਚੁੱਕ ਲੈਣ ਵਾਲਾ ਵੱਡਾ ਉਹ ਪੰਛੀ ਲੈ ਕਰ ਉੱਡ ਜਾਵਹਿ ਨਭ ਉੱਚੇ ਲੈ ਕਰਕੇ ਉੱਚੇ ਨਭ ਆਕਾਸ਼ ਵਿੱਚ ਲੈ ਕੇ ਉਡਾਰੀ ਮਾਰਨ ਵਾਲਾ ਜਿਨ ਕੋ ਧੀਰਗ ਦੇਹ ਆਕਾਰਾ ਜਿਹਦਾ ਵੱਡਾ ਆਕਾਰ ਸਰੀਰ ਦਾ ਜੁਗ ਪੰਖਨ ਕੋ ਵੱਡ ਵਿਸਥਾਰਾ ਔਰ ਵੱਡਾ ਉਹਦੀ ਦੇਹੀ ਦਾ ਆਕਾਰ ਹੋਤੇ ਜਹਾਂ ਪਹੁੰਚੇ ਸੁਖ ਰਾਸਾ ਸੁਖਾਂ ਦੀ ਰਾਸ ਸਤਿਗੁਰੂ ਜੀ ਸਾਧ ਸੰਗਤ ਜੀ ਉੱਥੇ ਹੁਣ ਪਹੁੰਚੇ ਹਨ। ਕਰਤ ਤਹਾਂ ਪ੍ਰਹਿਲਾਦ ਸੋ ਬਾਸਾ ਜਿਸ ਥਾਂ ਹੁਣ ਉੱਥੇ ਪਹੁੰਚੇ ਜਿੱਥੇ ਭਗਤ ਪ੍ਰਹਿਲਾਦ ਜੀ ਦਾ ਵਾਸਾ ਹੈ। ਲੋਚਨ ਮੁੰਦਰਿਤ ਬੈਠਿਓ ਜਹਵਾਂ ਭਗਤ ਤਰਲੋਚਨ ਜੀ ਅੱਖਾਂ ਵਾਹਿਗੁਰੂ ਭਗਤ ਪ੍ਰਹਿਲਾਦ ਜੀ ਜਿੱਥੇ ਅੱਖਾਂ ਬੰਦ ਕਰਕੇ ਬੈਠੇ ਹਨ। ਚੱਲ ਸ੍ਰੀ ਨਾਨਕ ਪਹੁੰਚੇ ਤਹਿਵਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧ ਸੰਗਤ ਜੀਓ ਚੱਲ ਕਰਕੇ ਉੱਥੇ ਪਹੁੰਚੇ। ਸ੍ਰੀ ਕਰਤਾਰੰ ਸ੍ਰੀ ਕਰਤਾਰਾ ਮਹਾਰਾਜ ਸ਼੍ਰੀ ਕਰਤਾਰ ਇਸ ਵਿਦ ਮਹਾਰਾਜ ਜੀਆਂ ਨੇ ਉੱਚੀ ਧੁਨੀ ਅੰਦਰ ਮਾਲਕ ਨੂੰ ਯਾਦ ਕੀਤਾ। ਉੱਚੀ ਧੁਨ ਸੋ ਕੀਨ ਉਚਾਰਾ ਉੱਚੀ ਧੁਨੀ ਸਹਿਤ ਮਾਲਕ ਜੀ ਨੇ ਗਾਇਆ ਹੈ। ਛੋਟਿਓ ਧਿਆਨ ਜਬ ਪ੍ਰਭ ਕੋ ਦੇਖਾ ਜਿਸ ਵਕਤ ਭਗਤ ਪ੍ਰਹਿਲਾਦ ਜੀ ਦਾ ਧਿਆਨ ਛੁਟਿਆ ਤੇ ਸਤਿਗੁਰੂ ਜੀ ਵੱਲੇ ਤੱਕਿਆ, ਮਨ ਮਹਿ ਬਿਸਮਤ ਭਇਓ ਵਿਸੇਖਾ ਬੜੇ ਮਨ ਦੇ ਅੰਦਰ ਵੇਖ ਕਰਕੇ ਪ੍ਰਸੰਨ ਵੀ ਹੋਏ ਤਥਾ ਵੇਖ ਕਰਕੇ ਹੈਰਾਨ ਵੀ ਹੋਏ। ਬੁਝਿਓ ਕੌਣ ਕਹਾਂ
ਤੇ ਆਏ। ਪੁੱਛਿਆ ਭਾਈ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਵੀ ਆਪ ਤੁਸੀਂ ਕੌਣ ਹੋ, ਕਿਸ ਥਾਂ ਤੋਂ ਆਏ ਹੋ? ਇਹ ਠਾਂ ਤੁਮ ਕੋ ਕੌਣ ਲਿਆਏ। ਇਸ ਥਾਂ ਤੇ ਤੁਹਾਨੂੰ ਕੌਣ ਲੈ ਕੇ ਆਇਆ ਹੈ? ਨਰਕੀ ਨਹੀਂ ਗਮ ਤਾਈ ਹਾਂ। ਇੱਥੋਂ ਤੱਕ ਕਿਸੇ ਆਦਮ ਜਾਤ ਦੀ ਆਉਣ ਦੀ ਉਹਨਾਂ ਦੀ ਕੋਈ ਸਮਰੱਥਾ ਹੈ ਹੀ ਨਹੀਂ ਜਿੱਥੋਂ ਤੱਕ ਤੁਸੀਂ ਆ ਗਏ ਹੋ। ਆਗੇ ਜਾਵਨ ਕਿਹ ਠਾਂ ਪ੍ਰੀਹਾ। ਔਰ ਅਗਾ ਤੁਸੀਂ ਕਿਸ ਪਾਸੇ ਤੁਸੀਂ ਮਾਰਗ ਤੇ ਕਿੱਧਰ ਤੁਸੀਂ ਜਾ ਰਹੇ ਹੋ? ਸਤਿਗੁਰੂ ਜੀ ਨੂੰ ਪੁੱਛਿਆ ਹੈ। ਅਸ ਪ੍ਰਕਾਰ ਕੇ ਸੁਨ ਕਰ ਬੈਠਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬਚਨ ਬਿਲਾਸ ਹੋਏ। ਤਿਹ ਸੋ ਬੋਲੇ ਪੰਕਜ ਨੈਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁੰਦਰ ਨੈਣਾ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਹਨ। ਸਿਮਰਿਓ ਨਾਮ ਜੋ ਤੁਮ ਬਿਦ ਨੀਕੀ। ਕਹਿੰਦੇ ਜਿਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਤੁਸਾਂ ਨੇ ਸਿਮਰਿਆ ਹੈ। ਸਰਧਾ ਧਰੀ ਅਦਕ ਨਿਜ ਜੀ ਕੀ। ਔਰ ਉਹ ਆਪਣੇ ਹਿਰਦੇ ਅੰਦਰ ਵੱਡੀ ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਪ੍ਰਤੀ ਆਪ ਜੀਆਂ ਨੇ ਸ਼ਰਧਾ ਧਾਰੀ ਹੈ। ਨਿਸਬਾਸੁਰ ਪੈ ਸਰਬ ਨਿਵਾਰਾ। ਔਰ ਦਿਨ ਰਾਤ ਤੁਹਾਡੇ ਹਿਰਦੇ ਦੇ ਅੰਦਰੋਂ ਭੈ ਡਰ ਆਦਿਕ ਦੂਰ ਹੋਇਆ ਹੈ। ਏਕ ਨਾਮ ਕੋ ਕੀਨ ਉਚਾਰਾ। ਇੱਕ ਸਾਹਿਬ ਦੇ ਨਾਮ ਨੂੰ ਤੁਸੀਂ ਉਚਾਰਿਆ ਹੈ। ਰੱਖਿਆ ਕਰੀ ਤੋਹੇ ਜਿਨ ਪੂਰੀ। ਜਿਨ੍ਹਾਂ ਨੇ ਤੁਹਾਡੀ ਹਰ ਪ੍ਰਕਾਰ ਸਰਬ ਪ੍ਰਕਾਰ ਤੁਹਾਡੀ ਰੱਖਿਆ ਕੀਤੀ ਹੈ। ਦੁਖੀ ਮਾਰ ਬਿਦਾਰੇ ਦੂਰੀ। ਸਾਰੇ ਜਿੰਨੇ ਤੁਹਾਡੇ ਦੁਖੀ ਸਨ ਉਹਨਾਂ ਨੂੰ ਦੂਰ ਕਰ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਹਿਬ ਭਗਤ ਨਾਮਦੇਵ ਸਾਹਿਬ ਜੀਆਂ ਨੇ ਜਦੋਂ ਗਾਥਾ ਲਿਖੀ ਨਾ ਸਾਧ ਸੰਗਤ ਜੀਓ ਬਾਣੀ ਵਿੱਚ, ਕਹਿੰਦੇ ਅੱਜ ਤੱਕ ਸੁਣਿਆ ਹੈ ਵੀ ਕੋਈ ਅੱਗ ਦੇ ਅੰਦਰ ਜਾਂ ਪਹਾੜਾਂ ਤੋਂ ਕਿਸੇ ਨੂੰ ਕੋਈ ਹੇਠਾਂ ਸੁੱਟ ਦਵੇ ਤੇ ਬਚਾਅ ਹੋ ਜਾਏ। ਅੱਗ ਦਾ ਸੁਭਾਅ ਉਹਨੇ ਸਾੜ ਦੇਣਾ ਹੈ। ਪਾਣੀ ਦਾ ਸੁਭਾਅ ਭਾਰੀ ਵਸਤੂ ਨੂੰ ਡੋਬ ਕੇ ਖਤਮ ਕਰ ਦੇਣਾ। ਭਗਤ ਨਾਮਦੇਵ ਸਾਹਿਬ ਜੀ ਇੱਕ ਬਚਨ ਅੰਕਿਤ ਕਰਦੇ ਹਨ। ਕਹਿੰਦੇ ਗੇਰ ਤਾਰ ਜਲ ਜੁਆਲਾ ਭੈ ਰਾਖਿਓ। ਪਹਾੜਾਂ ਤੋਂ ਰੁੱਖਾਂ ਤੋਂ, ਜੁਆਲਾ ਕਹੀਏ ਅਗਨੀ ਤੋਂ। ਰਾਜਾ ਰਾਮ ਮਾਇਆ ਫੇਰੀ। ਪਰਮਾਤਮਾ ਨੇ ਮਾਇਆ ਫੇਰੀ। ਮਾਇਆ ਦਾ ਵੀ ਸੁਭਾਅ ਸੀ ਜਿਹੜਾ ਉਹ ਵੀ ਬਦਲ ਦਿੱਤਾ। ਪਾਣੀ ਨੇ ਤਰਾ ਦਿੱਤਾ। ਅੱਗ ਜਿਹਦਾ ਸੁਭਾਅ ਸੀ ਭਸਮ ਕਰਨਾ ਉਹਨੇ ਸਾੜਿਆ ਨਹੀਂ। ਰਾਜਾ ਰਾਮ ਮਾਇਆ ਫੇਰੀ। ਮਾਇਆ ਦਾ ਵੀ ਜਿਹੜਾ ਸੁਭਾਅ ਸੀ ਉਹ ਵੀ ਬਦਲ ਦਿੱਤਾ। ਕਿਉਂ? ਜਦੋਂ ਗੱਲ ਭਗਤਾਂ ਦੇ ਜੀਵਨ ਦੀ ਆਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ ਜਿਸ ਸਾਹਿਬ ਨੇ ਤੁਹਾਡੀ ਸਰਬ ਪ੍ਰਕਾਰ ਰੱਖਿਆ ਕੀਤੀ। ਹਮ ਉਪਾਸ ਕੀ ਤਿਸੀ ਨਾਮ ਕੇ। ਅਸੀਂ ਵੀ ਉਸੇ ਦੇ ਨਾਮ ਨੂੰ ਸਿਮਰਨ ਕਰਨ ਵਾਲੇ, ਅਸੀਂ ਵੀ ਉਸੇ ਦੇ ਉਪਾਸ਼ਕ ਹਾਂ। ਗੁਣ ਸਿਮਰਹਿ ਸਦ ਸੁਖ ਨਿਧਾਨ ਕੇ। ਅਸੀਂ ਉਹਦੇ ਸੁਖਾਂ ਦੇ ਨਿਧਾਨ ਖਜ਼ਾਨੇ ਦੇ ਗੁਣਾਂ ਨੂੰ ਅਸੀਂ ਵੀ ਗਾਉਣ ਵਾਲੇ ਹਾਂ। ਤਿਹ ਕੀ ਸ਼ਕਤ ਧਰੈ ਨਿਜ ਪਾਹੂ। ਔਰ ਆਪਣੇ ਪਾਸ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਦੀ ਸ਼ਕਤੀ ਹੈ। ਆਏ ਤੁਮ ਦਰਸ਼ਨ ਕੀ ਚਾਹੂ। ਅਸੀਂ ਆਪ ਜੀਆਂ ਦੇ ਕੋਲ ਦੀਦਾਰ ਵਾਸਤੇ ਆਏ ਹਾਂ। ਸੁਨਤ ਪ੍ਰਹਿਲਾਦ ਬਚਨ ਉਚਰਾ। ਉਹਨਾਂ ਨੇ ਫਿਰ ਭਗਤ ਪ੍ਰਹਿਲਾਦ ਜੀਆਂ ਨੇ ਬਚਨ ਕਹੇ। ਕੋ ਬਾਸਨ ਧੋਏ ਉਜਲ ਕਰਾ। ਤੁਸੀਂ ਆਪਣਾ ਹਿਰਦੇ ਰੂਪੀ ਜਾਂ ਇਹ ਬਰਤਨ ਕਿਸ ਪ੍ਰਕਾਰ ਧੋਤਾ ਹੈ? ਕਾਂ ਕੋ ਦੂਧ ਚੋਏ ਕਰ ਲੀਨਾ। ਔਰ ਕਿਸ ਪ੍ਰਕਾਰ ਤੁਸਾਂ ਨੇ ਇਸ ਕਿਸ ਦਾ ਤੁਸਾਂ ਦੁੱਧ ਚੋ ਕਰਕੇ ਕੌਣ ਤਾਵ ਸੋ ਤਾਵਨ ਕੀਨਾ। ਕਿਸ ਪ੍ਰਕਾਰ ਉਸ ਦੁੱਧ ਨੂੰ ਤੁਸੀਂ ਗਰਮ ਕੀਤਾ ਹੈ? ਕੌਣ ਸਮਾਇਨ ਤਾ ਮਹਿ ਪਾਇਆ। ਕਿਸ ਭਾਂਡੇ ਵਿੱਚ ਤੁਸੀਂ ਉਸ ਨਿਰਮਲ ਦੁੱਧ ਨੂੰ ਰੱਖਿਆ ਹੈ? ਕੌਣ ਥਾਨ ਦਦ ਰਾਖ ਜਮਾਇਆ। ਔਰ ਕਿਸ ਪ੍ਰਕਾਰ ਤੁਸੀਂ ਰੱਖ ਕਰਕੇ ਜਮਾਇਆ ਹੈ? ਕਿਸ ਬਿਦ ਮਥ ਕੈ
ਕਾਢਿਓ ਮਾਖਣ। ਕਿਸ ਪ੍ਰਕਾਰ ਤੁਸਾਂ ਨੇ ਉਸ ਜੰਮੇ ਹੋਏ ਦਹੀਂ ਦੇ ਵਿੱਚੋਂ ਮੱਖਣ ਕਿਸ ਪ੍ਰਕਾਰ ਕੱਢਿਆ ਹੈ। ਪੁਨ ਕੈਸੇ ਕੀਨੋ ਤੁਮ ਚਾਖਣ। ਔਰ ਤੁਸਾਂ ਉਹਦਾ ਰਸ ਕਿਵੇਂ ਮਾਣਿਆ ਹੈ। ਕਹੀਏ ਸਭ ਮੋਹ ਕੋ ਵਿਚਾਰਾ। ਮੈਨੂੰ ਤੁਸੀਂ ਇਹ ਨਿਰਮਲ ਵਿਚਾਰ ਦੱਸੋ। ਜਿਹ ਬਿਦ ਕੀਨੀ ਨਿੱਕੀ ਕਾਰਾ। ਜਿਸ ਪ੍ਰਕਾਰ ਤੁਸਾਂ ਨੇ ਇਹ ਨਿਰਮਲ ਸੋਹਣੀ ਕਾਰ ਕੀਤੀ ਹੈ। ਦੋਹਰਾ ਬੋਲੇ ਸ਼੍ਰੀ ਨਾਨਕ ਤਵੈ ਤਨ ਬਾਸਨ ਕੋ ਧੋਏ। ਮਹਾਰਾਜ ਕਹਿਣ ਲੱਗੇ ਇਸ ਸਰੀਰ ਦੇ ਵਿੱਚੋਂ ਜਿਹੜੀ ਵਾਸ਼ਨਾ ਆਦਿ ਸਨ ਉਹਨਾਂ ਨੂੰ ਖਤਮ ਕਰਕੇ ਤਨ ਰੂਪੀ ਬਰਤਨ ਨੂੰ ਚੰਗੀ ਤਰ੍ਹਾਂ ਧੋ ਕਰਕੇ ਤੇਨ ਖਿਮਾ ਕੇ ਪਾਸ ਤੇ ਦੂਧ ਸੰਤੋਖ ਹੈ ਚੋਏ। ਅਸਾਂ ਨੇ ਖਿਮਾ ਰੂਪੀ ਗਾਂ ਦੇ ਕੋਲੋਂ ਸੰਤੋਖ ਰੂਪੀ ਦੁੱਧ ਚੋਇਆ ਹੈ। ਖਿਮਾ ਰੂਪੀ ਗਾਂ ਤਥਾ ਸੰਤੋਖ ਰੂਪੀ ਦੁੱਧ ਅਸਾਂ ਨੇ ਚੋਇਆ ਹੈ। ਕਈ ਵਾਰ ਜਦੋਂ ਸਾਹਿਬ ਜੀਆਂ ਦੇ ਬਚਨ ਪੜ੍ਹਨੇ ਹਾਂ, ਜਿਵੇਂ ਗਊ ਭੈਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਬਾਬਾ ਕਬੀਰ ਸਾਹਿਬ ਜੀਆਂ ਦੇ ਸ਼ਬਦ, ਭਗਤ ਧੰਨਾ ਸਾਹਿਬ ਜੀਆਂ ਦੇ ਸ਼ਬਦ ਜਿਹੜੇ ਉਹਨਾਂ ਨੇ ਜਾਚਨਾ ਕੀਤੀ ਮਾਲਕ ਜੀ ਦੇ ਪਾਸੋਂ। ਇੱਕ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਸ਼ਬਦ ਹੈ, ਸਾਧ ਸੰਗਤ ਜੀ, ਰਾਗ ਪ੍ਰਭਾਤੀ ਦਾ। ਉੱਥੇ ਮਹਾਰਾਜ ਜੀਆਂ ਨੇ ਇਹਨਾਂ ਗਾਵਾਂ ਦਾ, ਵਛੜੇ ਦਾ, ਕੱਪੜੇ ਦਾ ਜੋ ਜੋ ਜਾਚਨਾ ਕੀਤੀ ਉਹਦਾ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ। ਗੁਰ ਪ੍ਰਸਾਦੀ ਵਿਦਿਆ ਵਿਚਾਰਾ, ਪੜ ਪੜ ਪਾਵੈ ਮਾਨ, ਆਪਾ ਮਦੇ ਆਪ ਪਰਗਾਸਿਆ ਪਾਇਆ, ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਨਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ। ਅੱਗੇ ਕਹਿਣ ਲੱਗੇ ਜੱਟ ਸਤ ਚਾਵਲ, ਮੈਨੂੰ ਚੌਲ ਚਾਹੀਦੇ ਨੇ। ਕਾਹਦੇ ਜੀ? ਜੱਟ ਸਤ ਦੇ। ਦਇਆ ਰੂਪੀ ਮੈਨੂੰ ਕਣਕ ਚਾਹੀਦੀ ਹੈ। ਕਰ ਪ੍ਰਾਪਤ ਪਾਤੀ ਤਾਣ, ਦੂਧ ਸੰਤੋਖ। ਇਸ ਪ੍ਰਕਾਰ ਮਾਲਕ ਜੀ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਣ। ਮੈਨੂੰ ਆਪ ਜੀਆਂ ਦੇ ਘਰ ਦੇ ਪਾਸੋਂ ਖਿਮਾ ਧੀਰਜ ਕਰ ਗਊ ਲਵੇਰੀ। ਖਿਮਾ ਧੀਰਜ, ਖਿਮਾ ਰੂਪੀ ਗਊ, ਖਿਮਾ ਧੀਰਜ ਕਰ ਗਊ ਲਵੇਰੀ। ਸਹਿਜੇ ਬਛੜਾ ਖੀਰ ਪੀਐ, ਔਰ ਸਹਿਜ ਰੂਪੀ ਵਛੜਾ ਉਸ ਗਊ ਨੂੰ ਚੁੰਘਦਾ ਹੈ। ਸਿਫਤ ਸ਼ਰਮ ਕਾ ਕਪੜਾ ਮੰਗੋ, ਮਾਲਕਾ ਮੈਨੂੰ ਤੇਰੇ ਕੋਲੋਂ ਵਸਤਰ ਵੀ ਚਾਹੀਦੇ ਨੇ। ਕਿਹੜਾ ਵਸਤਰ ਮੰਗਿਆ? ਨਾਮ ਰੂਪੀ ਵਸਤਰ ਮੰਗ ਲਿਆ। ਹਰ ਗੁਣ ਨਾਨਕ ਰਵਤ ਰਹਿ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਜੀ ਬਚਨ ਪੁੱਛਦੇ ਹਨ ਸਤਿਗੁਰੂ ਜੀਆਂ ਨੂੰ, ਕਿਹੜਾ ਤੁਹਾਡੇ ਕੋਲ, ਕਿਸ ਪ੍ਰਕਾਰ ਤੁਸਾਂ ਨੇ ਦੁੱਧ ਚੋਇਆ ਹੈ, ਕਿਸ ਭਾਂਡੇ ਵਿੱਚ ਤੁਸਾਂ ਨੇ ਰੱਖਿਆ ਹੈ, ਕਿਸ ਪ੍ਰਕਾਰ ਉਸ ਦੁੱਧ ਨੂੰ ਗਰਮ ਕਿਸ ਪ੍ਰਕਾਰ ਕੀਤਾ ਹੈ। ਮਹਾਰਾਜ ਉਹ ਪਏ ਬਚਨ ਦੱਸਦੇ ਹਨ। ਮਹਾਰਾਜ ਕਹਿੰਦੇ ਖਿਮਾ ਰੂਪੀ ਗਾਂ ਚੋਈ ਤੇ ਪ੍ਰਾਪਤ ਕੀ? ਸੰਤੋਖ ਵਿੱਚੋਂ ਪ੍ਰਾਪਤ ਹੋਇਆ। ਚੌਪਈ ਤਨ ਤਾਪਨ ਕੋ ਤਾਵਨ ਤਾਇਆ। ਸਰੀਰ ਨੂੰ ਤਾ ਕਰਕੇ ਇਹਨੂੰ ਅਸੀਂ ਦੁੱਧ ਨੂੰ ਬਚਾਇਆ ਹੈ। ਗੁਰ ਉਪਦੇਸ਼ ਸਮਾਇਨ ਪਾਇਆ। ਗੁਰੂ ਰੂਪੀ ਉਪਦੇਸ਼ ਦੇ ਅੰਦਰ ਅਸੀਂ ਇਹਨੂੰ ਪਾਇਆ ਹੈ। ਸਤ ਸੰਗਤ ਮਹਿ ਭਲੋ ਸਥਾਨਾ। ਸਤ ਸੰਗਤ ਹੁਣ ਮਹਾਰਾਜ ਜੀ ਕਹਿਣ ਲੱਗੇ ਰਿੜਕਿਆ ਕਿਹੜੀ ਥਾਂ ਤੇ ਹੈ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ। ਕਦੇ ਪੜ੍ਹੀਏ ਇਹ ਬਚਨ ਬਾਬਾ ਕਬੀਰ ਸਾਹਿਬ ਜੀਆਂ ਦੇ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਾ ਨਾ ਜਾਈ। ਅੱਜ ਵੀ ਜਿਹੜਾ ਇਹ ਸ਼ਬਦ ਹੈ ਨਾ, ਆਪਣੀ ਬੋਲੀ ਵਿੱਚ ਰਿੜਕਣਾ ਕਹਿੰਦੇ ਹਾਂ ਆਪਾਂ, ਰਿੜਕਣਾ ਸ਼ਬਦ ਕਹਿੰਦੇ ਹਾਂ। ਦੁੱਧ ਨੂੰ ਰਿੜਕ ਲੈਣਾ, ਇਹ ਬਾਂਗਰ ਕੀ ਬੋਲੀ ਵਿੱਚ ਅੱਜ ਵੀ ਕਹਿੰਦੇ ਨੇ ਦੁੱਧ ਬੁਲਾਉਣਾ। ਹਰਿਆਣੇ ਬਾਂਗਰ ਦੇ ਅੰਦਰ ਜਿਹੜੀ ਇਹ ਬੋਲੀ ਹੈ, ਦੁੱਧ ਨੂੰ ਰਿੜਕਣਾ, ਉਹਨੂੰ ਅੱਜ ਵੀ ਬੁਲਾਉਣਾ ਸ਼ਬਦ ਇਸ ਪ੍ਰਕਾਰ ਉਹ ਵਰਤਦੇ ਹਨ। ਬਾਬਾ ਕਬੀਰ ਸਾਹਿਬ ਜੀ ਲੱਗੇ ਕਹਿਣ, ਭਾਈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਤਨ ਕਰ ਮਟਕੀ ਮਨ ਮਾਏ ਬਿਲੋਈ, ਇਸ ਮਟਕੀ ਮੈਂ ਸੁਰਤ ਸੰਜੋਈ। ਪੁਰਾਣੇ ਸਮੇਂ ਨਾ ਜਦੋਂ, ਚਲੋ ਆਪ ਜੀਆਂ ਨੇ ਤਾਂ ਵੇਖਿਆ ਹੀ ਹੈ, ਜੋ ਆਪ ਜੀ ਕਥਾ ਵਾਰਤਾ ਸਰਵਣ ਕਰ ਰਹੇ ਹੋ ਸਤਿਕਾਰਯੋਗ ਮਾਈਆਂ। ਪੁਰਾਣੇ ਸਮੇਂ ਜਦੋਂ ਲੱਕੜ ਵਾਲੀਆਂ ਘਰ ਮਧਾਣੀਆਂ ਸਨ, ਜਦੋਂ ਇੱਟੀਆਂ ਨੂੰ ਪਾ ਕੇ ਤੇ ਨੇਤਰਾ ਪਾ ਕੇ ਤੇ ਜਿਸ ਪ੍ਰਕਾਰ ਰਿੜਕਣਾ, ਤੇ ਜੇ ਕਿਤੇ ਬੱਚੇ ਨੇ ਬੈਠ ਜਾਣਾ ਨਾ ਜਾਣ ਕੇ ਚੌੜ ਕਰਦਿਆਂ ਚਾਟੀ ਦੇ ਕੋਲ, ਤੇ ਮਾਈਆਂ ਕੋਲੋਂ ਇੱਕੋਦਮ ਕੋਲੋਂ ਉਠਾ ਦੇਣਾ ਵੀ ਇਸ ਪ੍ਰਕਾਰ ਜੇ ਤੂੰ ਕਾਹਲ ਕਰੇਗਾ ਇਹ ਜੋ ਚਾਟੀ ਹੈ ਤੂੰ ਇਹਨੂੰ ਵੀ ਭੰਨ ਬਵੇਂਗਾ। ਜੇ ਤੂੰ ਕਾਹਲ ਕਰੇਗਾ ਨਾ ਰਿੜਕਣ ਲੱਗਿਆ
ਇਟੀਆਂ ਨੂੰ ਛੇਤੀ ਗੇੜਾ ਪਾਏਗਾ, ਨੇਤਰੇ ਨੂੰ ਛੇਤੀ ਤੂੰ ਗੇੜਾ ਪਾਏਗਾ, ਇਹ ਜਿਹੜੀ ਚਾਟੀ ਇਹ ਵੀ ਟੁੱਟ ਜਾਏਗੀ। ਤੇ ਬਾਬਾ ਕਬੀਰ ਸਾਹਿਬ ਜੀਆਂ ਨੇ ਉਦਾਹਰਣ ਦਿੱਤੀ, ਸਹਿਜ ਦੇ ਨਾਲ ਨਾਮ ਸਿਮਰ ਪਰਮਾਤਮਾ ਦਾ। ਉੱਥੇ ਉਹ ਉਦਾਹਰਨਾਂ ਉਹੀ ਵਰਤੀਆਂ। ਬੁਲਾਉਣਾ ਕੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸ ਰਹੇ ਹਨ। ਭਗਤ ਪ੍ਰਹਿਲਾਦ ਜੀ ਦੇ ਨਾਲ ਉੱਥੇ ਵਚਨ ਵਿਲਾਸ ਹੋ ਰਹੇ ਹਨ ਮਹਾਰਾਜ ਜੀਆਂ ਦੇ। ਕਹਿੰਦੇ ਸਤ ਸੰਗਤ ਰੂਪੀ ਅਸਥਾਨ ਦੇ ਅੰਦਰ ਰਾਖ ਜਮਾਇਓ ਤਹਾਂ ਸੁਜਾਨਾ, ਅਸੀਂ ਉੱਥੇ ਰੱਖ ਕੇ ਜਮਾਇਆ ਹੈ। ਮਨ ਵਿਚਾਰ ਕੀ ਮਥਨੀ ਮਨ ਕਰਕੇ, ਰੂਪੀ ਮਨ ਨੂੰ ਅਸੀਂ ਹੁਣ ਇੱਥੇ ਇਹਨੂੰ ਵਿਚਾਰਿਆ, ਮਥਿਆ ਕਿਵੇਂ ਹੈ। ਅਸੀਂ ਇਹਦਾ ਮੰਥਨ ਕਿਸ ਪ੍ਰਕਾਰ ਕੀਤਾ ਹੈ। ਮਨ ਦੇ ਅੰਦਰ ਅਸੀਂ ਇਹਨੂੰ ਚੰਗੀ ਤਰ੍ਹਾਂ ਰਿੜਕਿਆ ਹੈ। ਆਪਾ ਤਜਨ ਮਥਿਓ ਹਿਤ ਧਰਕ, ਆਪਣਾ ਆਪ ਤਜਿਆ ਹੈ ਜਦੋਂ ਇਹਨੂੰ ਅਸੀਂ ਰਿੜਕਿਆ ਹੈ। ਭਾਣਾ ਮਨਨ ਚਾਖ ਕਰ ਸਾਦਾ, ਔਰ ਭਾਣਾ ਮੰਨਣਾ, ਇਹਦਾ ਸਵਾਦ ਚਖਣਾ ਕੀ ਹੈ। ਸਵਾਦ ਅਸੀਂ ਚਖਿਆ ਹੈ ਇਸ ਮਾਲਕ ਜੀਆਂ ਦੇ ਭਾਣੇ ਨੂੰ ਮੰਨਣਾ। ਤ੍ਰਿਪਤ ਭਏ ਸ੍ਰੀ ਗੁਰੂ ਪ੍ਰਸਾਦਾ, ਇਸ ਪ੍ਰਕਾਰ ਅਸੀਂ ਤ੍ਰਿਪਤ ਹੋਏ ਹਾਂ। ਸੁਨ ਪ੍ਰਹਿਲਾਦ ਭਗਤ ਅਸ ਬਾਣੀ, ਕਹਿੰਦੇ ਇਸ ਪ੍ਰਕਾਰ ਭਗਤ ਪ੍ਰਹਿਲਾਦ ਜੀਆਂ ਦੇ ਉੱਥੇ ਨਾਲ ਬਚਨ ਹੋਏ। ਬੰਧਨ ਕੀਨ ਜੋਰ ਜੁਗ ਪਾਨੀ, ਸਤਿਗੁਰੂ ਜੀਆਂ ਸਮਕਸ਼ ਦੋਵੇਂ ਹੱਥ ਜੋੜੇ ਹਨ। ਦੇਹ ਕੋ ਪ੍ਰੇਮ ਦੇਖ ਸੁਖ ਧਾਮ, ਸਤਿਗੁਰੂ ਜੀ ਉਹਨਾਂ ਦਾ ਪ੍ਰੇਮ ਵੇਖ ਕਰਕੇ ਆਪ ਕਰੀ ਤਿਹ ਚਰਨ ਪ੍ਰਣਾਮ। ਮਹਾਰਾਜ ਜੀਆਂ ਨੇ ਵੀ ਭਗਤ ਪ੍ਰਹਿਲਾਦ ਜੀਆਂ ਨੂੰ ਪ੍ਰਣਾਮ ਕੀਤੀ ਹੈ। ਦੋਹੇ ਦਿਸ ਹੋਵਾ ਹਰਖ ਵਿਸਾਲਾ, ਦੋਵਾਂ ਦਿਸ਼ਾਵਾਂ ਅੰਦਰ ਬੜੀ ਪ੍ਰਸੰਨਤਾ ਹੋਈ ਜਦੋਂ ਮਾਲਕ ਸੱਚੇ ਪਾਤਸ਼ਾਹ ਮਿਲੇ ਹਨ। ਕਹਿਤ ਬਚਨ ਪ੍ਰਹਿਲਾਦ ਰਸਾਲਾ, ਭਗਤ ਪ੍ਰਹਿਲਾਦ ਜੀ ਬਚਨ ਕਹਿਣ ਲੱਗੇ, ਤੁਮ ਅਵਤਾਰ ਭਏ ਜਗ ਮਹਾਰਾਜ ਮਾਹੀ, ਤੁਸੀਂ ਜਗਤ ਦੇ ਅੰਦਰ ਅਵਤਰਨ ਅਵਤਾਰ ਮਾਲਕ ਜੀ ਦਾ ਸਵਰੂਪ ਅਵਤਾਰ ਧਾਰਿਆ ਹੈ। ਜਿਉ ਨਰ ਸਿੰਘ ਭਏ ਮਮ ਚਾਹੀ, ਕਹਿੰਦੇ ਜਿਸ ਪ੍ਰਕਾਰ ਮੇਰੇ ਹਿੱਤ ਪਰਮਾਤਮਾ ਨੂੰ ਨਰਸਿੰਘ ਦਾ ਅਵਤਾਰ ਧਾਰ ਕੇ ਆਉਣਾ ਪਿਆ ਸੀ, ਇਸੇ ਤਰ੍ਹਾਂ ਤੁਸੀਂ ਵੀ ਆਏ ਹੋ। ਉਹ ਵੀ ਆਪਣੇ ਭਗਤ ਦੀ ਰੱਖਿਆ ਵਾਸਤੇ ਆਏ, ਔਰ ਤੁਸੀਂ ਵੀ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਤੁਸੀਂ ਆਏ ਹੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਉਹ ਸ਼ਬਦ ਪੜ੍ਹਨੇ ਹਾਂ, ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਲਿਖਿਆ, ਜਦੋਂ ਧਰਤੀ ਨੇ ਪੁਕਾਰ ਕੀਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅਵਤਰਨ ਹੋਇਆ। ਕਹਿੰਦੇ ਜਿਸ ਪ੍ਰਕਾਰ ਨਰਸਿੰਘ ਭਏ ਮਮ ਚਾਹੀ, ਕਹਿੰਦੇ ਜਿਸ ਪ੍ਰਕਾਰ ਨਰਸਿੰਘ ਜੀ ਨੇ ਮੇਰੇ ਵਾਸਤੇ ਅਵਤਰਨ ਧਾਰਿਆ ਪਰਮਾਤਮਾ ਨੇ। ਜਬ ਜਗ ਸੰਤ ਦੁਖਾਂ ਕਿਹ ਰੀਤੀ, ਜਿੱਥੇ ਜਿੱਥੇ ਵੀ ਸੰਤ ਜਨਾਂ ਨੂੰ ਕਦੇ ਕਦੇ ਜਦੋਂ ਜਦੋਂ ਵੀ ਭਾਵ ਇਹ ਦੁੱਖ ਆਏਗਾ, ਬਹਰੋ ਧਰਮ ਹੋਤ ਵਿਪਰੀਤੀ, ਜਦੋਂ ਵੀ ਭਾਵ ਧਰਮ ਉਲਟ ਹੋਵੇਗਾ, ਤਬ ਤਨ ਧਰ ਸੰਕਟ ਜਨ ਖਾਪੂ, ਉਸ ਵਕਤ ਤਨ ਧਾਰ ਕਰਕੇ ਇਹ ਸੰਕਟ ਨੂੰ ਖਾਪੂ ਕਈਏ ਖਤਮ ਕਰਨਗੇ। ਜਗ ਮਹਿ ਦੇਹ ਧਰਮ ਕੋ ਥਾਪੂ, ਜਗਤ ਦੇ ਅੰਦਰ ਧਰਮ ਨੂੰ ਥਾਪਣ ਵਾਸਤੇ ਕਾਰਿ ਉਸਤਤ ਪੁਨ ਕੀਏ ਪਦ ਬੰਦਨ, ਇਸ ਪ੍ਰਕਾਰ ਉਸਤਤ ਕਰਕੇ ਚਰਨ ਕਮਲਾ ਪਾਸ ਨਮਸਕਾਰ ਕੀਤੀ। ਦਰਸ਼ਨ ਕਰਹੀ ਦੋਖ ਨਿਕੰਦਨ, ਦਰਸ਼ਨ ਕੀਤੇ ਦੁਖਾਂ ਨੂੰ ਦੂਰ ਕਰਨ ਵਾਲੇ ਮਾਲਕ ਦੇ। ਸ੍ਰੀ ਅੰਗਦ ਜੀ ਸੁਨ ਹਿਤ ਸਾਥਾ, ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਾਰੀ ਬਚਨ ਸੁਣੋ। ਮੈਂ ਬੂਝਤ ਪਹਾ ਬਹਰੋ ਗਾਥਾ, ਕਹਿੰਦੇ ਫਿਰ ਮੈਂ ਹੋਰ ਵੀ ਉਹਨਾਂ ਕੋਲੋਂ ਗਾਥਾ ਪੁੱਛੀ ਹੈ। ਆਪਣੀ ਕਥਾ ਸੁਣਾਵੋ ਸਾਰੀ, ਹੁਣ ਕਹਿੰਦੇ ਤੁਸੀਂ ਮੈਨੂੰ ਆਪਣੇ ਮੁਬਾਰਕ ਜੀਵਨ ਦੀ ਭਗਤ ਪ੍ਰਹਿਲਾਦ ਜੀ ਕਥਾ ਸੁਣਾਉਣੀ ਕਰੋ। ਜਿਉ ਪ੍ਰਭ ਰਖਿਆ ਕੀਨ ਤੁਮਾਰੀ, ਜਿਸ ਪ੍ਰਕਾਰ ਪਰਮਾਤਮਾ ਨੇ ਆਪ ਜੀਆਂ ਦੀ ਰੱਖਿਆ ਕੀਤੀ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰ ਸੰਧਿਆ ਵੇਲੇ ਅੰਮ੍ਰਿਤ ਵੇਲੇ ਪੜ੍ਹਨੇ ਹਾਂ ਆਸਾ ਦੀ ਵਾਰ ਦੇ ਅੰਦਰ, ਔਰ ਸੰਧਿਆ ਵੇਲੇ ਸੋਦਰ ਦੀ ਪੌੜੀ ਅੰਦਰ। ਪ੍ਰਮਾਤਮਾ ਜੁਗਾ ਜੁਗਾਂਤਰਾ ਤੋਂ ਆਇਆ ਹੈ। ਇਹ ਵੀ ਸਾਹਿਬ ਦੀ ਅਚਰਜ ਖੇਡ ਹੈ। ਪਿਤਾ ਹਰਨਾਖਸ਼ ਉਹਨੂੰ ਬਾਣੀ ਅੰਦਰ ਦੁਸ਼ਟ ਕਹਿ ਦਿੱਤਾ, ਪੁੱਤਰ ਨੂੰ ਭਗਤ ਕਹਿ ਦਿੱਤਾ। ਹਰਨਾਖਸ਼ ਦੁਸ਼ਟ ਹਰ ਮਾਰਿਆ, ਉਹਨੂੰ ਦੁਸ਼ਟ ਕਹਿ ਦਿੱਤਾ। ਕੱਲਰ ਧਰਤੀ ਅੰਦਰ ਭਾਈ ਗੁਰਦਾਸ ਜੀ ਲਿਖਦੇ ਨੇ, ਕੱਲਰ ਧਰਤੀ ਸੀ
ਜਿੱਥੇ ਭਗਤ ਪ੍ਰਹਿਲਾਦ ਜੀ ਦਾ ਜਨਮ ਹੋਇਆ ਹੈ। ਬੰਜਰ ਜ਼ਮੀਨ, ਕਲਰੇਠੀ ਪੈਲੀ, ਉਹਦੇ ਅੰਦਰ ਭਗਤ ਪ੍ਰਹਿਲਾਦ ਜੀ ਦਾ ਜਨਮ ਹੋਇਆ ਹੈ, ਹਰਨਾਕਸ਼ ਦੇ ਵਿਹੜੇ ਦੇ ਅੰਦਰ। ਕਹਿੰਦੇ ਜੀ ਮੈਨੂੰ ਆਪਣੇ ਜੀਵਨ ਦੀ ਤੁਸੀਂ ਕਥਾ ਵਾਰਤਾ ਸੁਣਾਵੋ। ਸਰਬ ਜਗਤ ਮਹਿ ਬਿਦਤ ਕਹਾਨੀ, ਇਸ ਪ੍ਰਕਾਰ ਇਹ ਸਾਰੇ ਜਗਤ ਅੰਦਰ ਇਹ ਕਥਾ ਵਾਰਤਾ ਹੈ। ਸੋ ਨਿਜ ਮੁਖ ਤੇ ਕਰੋ ਬਖਾਨੀ, ਕਿਰਪਾ ਕਰੋ ਆਪਣੀ ਰਸਨਾ ਤੋਂ ਉਚਾਰੋ। ਜਬ ਮਮ ਬੈਨ ਸੁਨੇ ਅਸ ਕਾਨਾ, ਇਸ ਪ੍ਰਕਾਰ ਜਦੋਂ ਮੇਰੇ ਇੰਨੇ ਬਚਨ ਸੁਨੇ, ਬੋਲਿਓ ਤਬ ਪ੍ਰਹਿਲਾਦ ਸੁਜਾਨਾ। ਭਗਤ ਪ੍ਰਹਿਲਾਦ ਜੀ ਬਚਨ ਕਰਨ ਲੱਗੇ ਹਨ। ਪੂਰਬ ਏਕ ਸਮੈ ਜਗ ਨਾਹੂ, ਇੱਕ ਵਾਰ ਜਗਤ ਦੇ ਸੁਆਮੀ ਪ੍ਰਮਾਤਮਾ ਨੇ ਧਾਰਤ ਭੇ ਅਵਤਾਰ ਬਰਾਹੂ, ਉਹਨਾਂ ਨੇ ਬਰਾਹ ਦਾ ਜਿਹੜਾ ਅਵਤਾਰ ਉਹਨਾਂ ਨੇ ਧਾਰ ਲਿਆ। ਮਮ ਪਿਤ ਭਰਾਤਾ ਸ਼ਿਤ ਕੋ ਲੀਨੇ, ਮੇਰੇ ਪਿਤਾ ਦੇ ਭਰਾਤਾ ਭਾਵ ਮੇਰੇ ਚਾਚਾ ਨੇ, ਮੇਰੇ ਪਿਤਾ ਦੇ ਭਰਾਤਾ, ਉਹਨਾਂ ਨੇ ਸਾਰੀ ਧਰਤੀ ਜੋ ਜਿੱਤੀ ਹੋਈ ਸੀ। ਗਇਓ ਰਸਾਤਲ ਗਰਬਤ ਪੀਨੇ, ਔਰ ਉਹਨਾਂ ਨੇ ਭਾਵ ਸਾਰੇ ਪਾਸੇ ਸਾਰੇ ਰਸਾਤਲ ਭਾਵ ਜਿੱਤ ਲਏ। ਤਿਹ ਕੋ ਮਾਰ ਲੀਨ ਤਬ ਸੋਨੀ, ਔਰ ਕਹਿੰਦੇ ਉਹ ਭਾਵ ਅਹੰਕਾਰ ਦੇ ਅੰਦਰ, ਗਰਬਤ ਪੀਨੇ ਅਹੰਕਾਰ ਦੇ ਅੰਦਰ ਆ ਗਏ। ਉਹਨਾਂ ਨੂੰ ਮਾਰ ਕਰਕੇ ਉਹਨਾਂ ਕੋਲੋਂ ਧਰਤੀ ਖੋਹ ਲਈ। ਅਸਥਾਪਨ ਕੀਨੀ ਜਗ ਜੋਨੀ, ਪਰਮਾਤਮਾ ਨੇ ਫਿਰ ਧਰਤੀ ਨੂੰ ਭਾਵ ਸਾਜਿਆ। ਜਬ ਤੇ ਮਰਨ ਸੁਨਿਓ ਪਿਤ ਮੇਰੇ, ਕਹਿੰਦੇ ਜਦੋਂ ਮੇਰੇ ਪਿਤਾ ਨੇ, ਭਗਤ ਪ੍ਰਹਿਲਾਦ ਜੀ ਦੱਸ ਰਹੇ ਨੇ, ਕਹਿੰਦੇ ਜਦੋਂ ਫਿਰ ਮੇਰੇ ਪਿਤਾ ਨੇ ਆਪਣੇ ਭਰਾ ਦਾ ਮਰਨਾ ਸੁਣਿਆ, ਹਰਨਾਕਸ਼ ਨੇ ਆਪਣੇ ਭਰਾ ਦਾ ਮਰਨਾ ਸੁਣਿਆ। ਭਰਾਤ ਸ਼ੋਕ ਮਹਿ ਦੁਖਤ ਕਨਹੇਰੇ, ਬੜੇ ਭਰਾਤਾ ਦੇ ਮਰਨ ਦੇ ਅੰਦਰ ਬੜਾ ਉਹਨਾਂ ਨੂੰ ਵੱਡਾ ਦੁੱਖ ਲੱਗਾ। ਹਿਰਦੈ ਕੀਨ ਬਹੁਰ ਵੱਡ ਕ੍ਰੋਧਾ, ਬੜਾ ਹਿਰਦੇ ਦੇ ਅੰਦਰ ਕਹਿੰਦੇ ਕ੍ਰੋਧ ਕੀਤਾ। ਲਿਓ ਬੈਰ ਕਰ ਬਿਸ਼ਨ ਕਹਿੰਦੇ ਬਿਰੋਧਾ, ਮੈਂ ਵਿਸ਼ਨੂੰ ਕੋਲੋਂ ਇਹਦਾ ਉਹਨਾਂ ਦੇ ਪਾਸੋਂ ਮੈਂ ਜ਼ਰੂਰ ਬਦਲਾ ਲਵਾਂਗਾ। ਨਿਜ ਦਰਸ਼ਨ ਸੋ ਅਧਰਨ ਕਾਟੇ, ਉਸੇ ਅੰਦਰ ਇੰਨਾ ਕਿ ਆਪਣੇ ਦੰਦਾਂ ਨਾਲ ਆਪਣੇ ਬੁੱਲਾਂ ਨੂੰ ਕੱਟਣ ਲੱਗੇ। ਕਹਿਤ ਭਇਓ ਪਿਤਰਨ ਸਨ ਡਾਂਟੇ, ਕਹਿੰਦੇ ਆਪਣੇ ਦੂਤਾਂ ਨੂੰ ਡਾਂਟ ਕਰਕੇ ਬੜੇ ਕ੍ਰੋਧ ਅੰਦਰ ਹਰਨਾਕਸ਼ ਨੇ ਕਿਹਾ, ਹਾਨਿਓ ਬਿਸ਼ਨ ਨੈ ਭਰਾਤਾ ਮੋਰਾ, ਮੇਰੇ ਭਰਾ ਨੂੰ ਵਿਸ਼ਨੂੰ ਨੇ ਮਾਰਿਆ ਹੈ। ਜਿਹ ਕੋ ਹੋਤੋ ਤੇਜ ਵੱਡ ਮੇਰੇ ਕੋਰਾ, ਭਰਾਤਾ ਸਮ ਕੋਈ ਹੋਰ ਨਹੀਂ ਸੀ। ਯਦਪ ਸਮਹ ਅਹਰ ਪਕੇਤੂ, ਜੇਕਰ ਉਹ ਸਮਦ੍ਰਿਸ਼ਟਾ ਸੀ, ਜੇ ਉਹਦੇ ਵਾਸਤੇ ਸਾਰੇ ਇੱਕ ਬਰਾਬਰ ਸਨ, ਕਰਤ ਬਿਖਮਤਾ ਭਗਨਤ ਹੇਤੂ, ਕਹਿੰਦੇ ਫਿਰ ਉਹਨਾਂ ਵਾਸਤੇ ਭਾਵ ਉਹਨਾਂ ਨੂੰ ਸਮਦ੍ਰਿਸ਼ਟਾ ਹੀ ਰਹਿਣਾ ਚਾਹੀਦਾ ਸੀ, ਸਾਰਿਆਂ ਵਾਸਤੇ ਇੱਕ ਬਰਾਬਰ ਇਸ ਵਿਧ ਰਹਿਣਾ ਚਾਹੀਦਾ ਸੀ। ਗਤ ਲੱਜਾ ਬਹੁ ਕਪਟ ਪਰ ਪਰਬੀਨਾ, ਉਹਨਾਂ ਨੇ ਤਾਂ ਲੱਜਾ ਦੂਰ ਕਰਕੇ ਬੜੇ ਕਪਟ ਦੇ ਨਾਲ, ਕਿਉਂਕਿ ਉਹਨਾਂ ਆਪਣਾ ਜਿਹੜਾ ਸੀ ਅਵਤਾਰ, ਆਪਣਾ ਸਵਰੂਪ ਬਦਲਿਆ, ਬਰਾਸੂਰ ਦਾ ਉਹਨਾਂ ਨੇ ਅਵਤਾਰ ਧਾਰਿਆ। ਇਸ ਸਵਰੂਪ ਦੇ ਅੰਦਰ ਧੋਖੇ ਸਹਿਤ ਮੇਰੇ ਭਰਾਤਾ ਨੂੰ ਮਾਰਿਆ। ਆਪਣੇ ਸਿਮਰਨ ਕੇ ਹਿਤ ਪੀਨਾ, ਔਰ ਆਪਣੇ ਯਾਦ ਆਪਣੇ ਸਿਮਰਨ ਅੰਦਰ ਸ਼ਲ ਕਰ ਸੂਕਰ ਧਾਰ ਸਰੂਪਾ, ਧੋਖੇ ਨਾਲ ਉਹਨਾਂ ਨੇ ਸ਼ੂਕਰ ਦਾ ਸੂਰ ਦਾ ਸਵਰੂਪ ਧਾਰ ਕੇ ਹਾਨਿਓ ਸਹੋਦਰ ਮਮ ਸੁਖ ਰੂਪਾ, ਔਰ ਮੇਰੇ ਭਰਾਤਾ ਸੁਖਾਂ ਦੇ ਰੂਪ ਭਰਾਤੇ ਨੂੰ ਮਾਰਿਆ। ਦਿਜ ਸੁਰ ਕਾਰਨ ਤਿਹ ਨੈ ਮਾਰਾ, ਔਰ ਬ੍ਰਾਹਮਣਾ ਤਥਾ ਦੇਵਤਿਆਂ ਦੇ ਵਾਸਤੇ ਮੇਰੇ ਭਰਾ ਨੂੰ ਮਾਰਿਆ, ਉਹਨਾਂ ਨੂੰ ਤਾਂ ਕਰਕੇ ਮਾਰਿਆ। ਅਪੈ ਕੀਏ ਤੇ ਜਗਤ ਮਝਾਰਾ, ਔਰ ਜਗਤ ਦੇ ਅੰਦਰ ਸਾਰਿਆਂ ਨੂੰ ਇਸ ਪ੍ਰਕਾਰ ਅਭੈ ਕਰ ਦਿੱਤਾ। ਅਬ ਤੁਮ ਜਾਓ ਖੋਜ ਜਗ ਸਾਰੋ, ਕਹਿੰਦੇ ਇਸ ਪ੍ਰਕਾਰ ਉਹਨਾਂ ਨੇ ਆਪਣੇ ਦੈਂਤਾਂ ਨੂੰ ਸਾਰੇ ਪਾਸੇ ਇਹ ਗੱਲ ਕਹਿ ਦਿੱਤੀ, ਹੁਣ ਤੁਸੀਂ ਜਗਤ ਵਿੱਚ ਜਾਓ ਤਥਾ ਖੋਜੋ। ਦਿਜ ਸੋ ਮੋਨ ਤੈਨ ਸਕਲ ਸੰਘਾਰੋ, ਔਰ ਕਹਿ ਦਿੱਤਾ ਬ੍ਰਾਹਮਣ ਤਥੇ ਗਊਆਂ ਨੂੰ ਤੁਸੀਂ ਛੱਡਣਾ ਨਹੀਂ, ਸਾਰੇ ਪਾਸੇ ਤੁਸੀਂ ਕਤਲੋਗਾਰਤ ਮਚਾ ਦੇਵੋ। ਜਹ ਜਹ ਦੇਖੋ ਬਿਸ਼ਨ ਉਪਾਸਨ, ਜਿੱਥੇ ਜਿੱਥੇ ਤੁਸੀਂ ਵਿਸ਼ਨੂੰ ਦੀ ਉਪਾਸਨਾ ਵੇਖੋ, ਤਹ ਤਹ ਕੀਜੈ ਬੇਗ ਬਸ ਬਿਨਾਸਨ, ਉੱਥੇ ਉੱਥੇ ਤੁਸੀਂ ਛੇਤੀ ਪਹੁੰਚ ਜਾਣਾ ਹੈ। ਅਸ ਸੁਨ ਆਇਸ ਤਬੈ ਪੁਵਾਲਾ, ਇਸ ਪ੍ਰਕਾਰ ਸੁਣਦਿਆਂ ਸਾਰ ਇਹ
ਆਗਿਆ ਪਾ ਕੇ ਰਾਜੇ ਦੀ। ਧਾਏ ਦੈਂਤ ਵੱਡੇ ਵਿਕਰਾਲਾ, ਬੜੇ ਵੱਡੇ ਦੈਂਤ ਇੱਕੋ ਦਮ ਉਥੋਂ ਚੱਲੇ ਹਨ। ਤਿਨ ਕੇ ਨਾਮ ਕਹੋ ਸੁਨ ਸੋ, ਉਹ ਜਿਹੜੇ ਦੈਂਤ ਤੁਰੇ ਮੈਂ ਉਹਨਾਂ ਦੇ ਤੁਹਾਨੂੰ ਨਾਮ ਵੀ ਦੱਸ ਦੇਣਾ ਹਾਂ, ਜਿਨ੍ਹਾਂ ਦੈਂਤਾਂ ਨੇ ਬ੍ਰਾਹਮਣਾਂ ਤਥਾ ਗਊਆਂ ਦਾ ਸੰਘਾਰ ਕੀਤਾ। ਦੁਐਸਿਰ ਸੰਬਰ ਨਮੁਚੀ ਜੋ, ਨਾਮ ਉਹਨਾਂ ਦੇ ਦਵੈਸਰ ਸੰਭਕ ਤਥਾ ਨਮੂਚੀ। ਤੀਨ ਨੈਣ ਪੁਨ ਇਲਵਲ ਪਾਕਾ, ਤੀਨ ਨੈਣ ਤਥਾ ਇੱਕ ਇਲਵਲ। ਸਕੁਨ ਪਲੋਮਨ ਅਤਬਲ ਜਾਂਕਾ, ਸਕੁਨ ਪਲੋਮਨ ਇਹ ਉਹਨਾਂ ਅੰਦਰ ਜਿਨ੍ਹਾਂ ਅੰਦਰ ਅਤਿਅੰਤ ਬਲ ਧਾਰੀ ਸਨ। ਵਿਪਰ ਚਿਤ ਤੇ ਆਦ ਅਪਾਰਾ, ਤੇ ਜਿੱਥੇ ਵੀ ਫਿਰ ਉਹਨਾਂ ਨੇ ਬ੍ਰਾਹਮਣ ਆਦ ਵੇਖੇ। ਸੁਨ ਰਜਾਏ ਗੇ ਜਗਤ ਮਝਾਰਾ, ਉਹ ਰਜਾ ਪਾ ਕੇ ਤੁਰੇ ਹਨ। ਮਨਵਰ ਵਿਪਰ ਬ੍ਰਿੰਦ ਜਹ ਰਹੀ, ਕਿਤੇ ਵੀ ਕੋਈ ਰਿਖੀ, ਕਿਤੇ ਵੀ ਕੋਈ ਬ੍ਰਾਹਮਣ ਆਦ, ਜਿੱਥੇ ਜਿੱਥੇ ਵੀ ਕੋਈ ਸੀ, ਕਰ ਹੈ ਉਪਦਰਵ ਮਿਲ ਕਰ ਤਹੀ, ਉੱਥੇ ਜਾ ਕਰਕੇ ਉਹਨਾਂ ਨੇ ਚੰਗਾ ਉਪਦਰਵ ਮਚਾਇਆ ਹੈ। ਰਾਮ ਨਗਰ ਕੋ ਅਗਨ ਲਗਾਵੈ, ਪਰਮਾਤਮਾ ਦੇ ਜਿੱਥੇ ਜਿੱਥੇ ਵੀ ਕੋਈ ਰਾਮ ਦਾ ਨਾਮ ਲੈਣ ਵਾਲਾ ਸੀ ਉਹਨਾਂ ਨੂੰ ਅੱਗ ਦੇ ਭੇਟ ਕਰ ਦਿੱਤਾ। ਜਿਹੜੇ ਜਿਹੜੇ ਵੀ ਵੱਡੇ ਵੱਡੇ ਨਗਰ ਸਨ ਅਗਨ ਦੇ ਭੇਟ ਕਰ ਦਿੱਤੇ। ਮਾਰ ਹੈ ਵਿਪਰ ਤੇਨ ਜਹ ਜਾਵ ਜਿੱਥੇ ਵੀ ਕੋਈ ਪਤਾ ਲੱਗਦਾ ਕੋਈ ਬ੍ਰਾਹਮਣ ਕੋਈ ਧੇਨ ਆਦ ਹੈ, ਪਿੰਡਾਂ ਦੇ ਪਿੰਡ ਉਹਨਾਂ ਨੇ ਨਗਰਾਂ ਦੇ ਨਗਰਾਂ ਨੂੰ ਅੱਗਾਂ ਲਾ ਦਿੱਤੀਆਂ। ਦੀਨੋ ਅਸ ਪ੍ਰਕਾਰ ਬਹੁ ਤਰਾਸਾ, ਇਸ ਪ੍ਰਕਾਰ ਬੜਾ ਵੱਡਾ ਡਰ ਦਿੱਤਾ ਉਹਨਾਂ ਨੇ। ਭਾਜੇ ਮੁਨ ਦਿਜ ਤਜੇ ਨਿਵਾਸਾ, ਔਰ ਆਪੋ ਆਪਣੀਆਂ ਥਾਵਾਂ ਛੱਡ ਕੇ ਰਿਖੀ ਮੁਨੀ ਦਿਜਬਰ ਆਦ ਸਾਰੇ ਨੱਠ ਗਏ। ਮੰਦਰ ਢਾਹੇ ਮਿਲਾਵਹਿ ਧੂਰੀ, ਮੰਦਰਾਂ ਨੂੰ ਢਾਹ ਕਰਕੇ ਧੂੜੀ ਵਿੱਚ ਮਿਲਾ ਦਿੱਤਾ। ਜਗ ਹੋਮ ਤਪ ਕੀਏ ਸਭ ਦੂਰੀ, ਔਰ ਕੋਈ ਜਗ ਕਿਸੇ ਥਾਂ ਤੇ ਕੋਈ ਤਪ ਹੋਣਾ ਸਭ ਉਹਨਾਂ ਨੇ ਭਸਮ ਕਰ ਦਿੱਤੇ, ਖਤਮ ਕਰ ਦਿੱਤੇ। ਵਿਆਕੁਲ ਭਈ ਪ੍ਰਜਾ ਤਬ ਪਹਾਰੀ, ਸਾਰੀ ਪ੍ਰਜਾ ਬੜੀ ਵਿਆਕੁਲ ਹੋਈ ਵੀ ਇਹ ਕੀ ਗੱਲ ਬਣੀ, ਇਹ ਕਿਉਂ ਹੋਇਆ ਹੈ। ਗਿਰੇ ਸੁਰਗ ਤੇ ਜੇ ਸੁਰ ਚਾਰੀ, ਇਸ ਪ੍ਰਕਾਰ ਪ੍ਰਮਾਤਮਾ ਦੇ ਦੁਆਰੇ ਤੱਕ ਪੀਏ ਖਬਰਾਂ ਪਹੁੰਚੀਆਂ। ਅਪਰ ਬੇਗ ਤਰ ਛਿਤ ਮਹਿ ਰਹੀ, ਔਰ ਹੋਰ ਵੀ ਸਾਰੇ ਜਿਹੜੇ ਨਾਲ ਹੋਰ ਵੀ ਕੋਈ ਦੇਵਤੇ ਸਨ। ਜਗ ਹੋਮ ਕੋ ਨਾਮ ਨ ਕਹੀ, ਕਿਸੇ ਵੀ ਥਾਂ ਤੇ ਜਗ ਹੋਮ ਦਾ ਕੋਈ ਨਾਮ ਨਾ ਰਿਹਾ। ਦੋਹਰਾ ਹਿਰਨ ਕਸ਼ਪ ਮਮ ਪਿਤਾ ਤਬ, ਗਇਓ ਕਰਨ ਤਪ ਹੇਤ। ਹਰਨਾਕਸ਼ ਦਾ ਨਾਮ ਜੋ ਹਿਰਨ ਕਸ਼ਪ ਆ, ਕਹਿੰਦੇ ਉਹ ਹਰਨਾਕਸ਼ ਤਪ ਕਰਨ ਦੇ ਵਾਸਤੇ ਇੱਕ ਵੱਡੇ ਪਰਬਤ ਪਰ ਜੀਤਾਂ ਦਿਗ ਦਿਗਪਾਲ ਯੁਤ, ਯਹ ਸੰਕਲਪ ਸਮੇਤ। ਮਨ ਦੇ ਅੰਦਰ ਇਹ ਸੰਕਲਪ ਧਾਰਨ ਕੀਤਾ ਮੰਦਰਾਚਲ ਪਰਬਤ ਪਰ ਜਾ ਕਰਕੇ ਵੀ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ ਮੈਂ ਇਹਨੂੰ ਜਿੱਤ ਲਵਾਂ, ਸਾਰੇ ਮੇਰੇ ਵਸ ਦੇ ਅੰਦਰ ਹੋਣ, ਕੋਈ ਵੀ ਛਿਤ ਕੋਈ ਵੀ ਧਰਤੀ ਕੋਈ ਵੀ ਐਸੀ ਥਾਂ ਬਾਕੀ ਨਾ ਰਹੇ ਜਿਹੜੀ ਮੇਰੇ ਹੁਕਮ ਤੋਂ ਭਾਵ ਬਾਹਰ ਹੋਵੇ, ਸਾਰੇ ਪਾਸੇ ਮੇਰਾ ਹੁਕਮ ਚੱਲੇ। ਚੌਪਈ ਦਿਡ ਵਿਚਾਰ ਯੋ ਕਰਿਓ ਰੇ ਆਪੂ, ਆਪਣੇ ਹਿਰਦੇ ਅੰਦਰੇ ਵਿਚਾਰ ਕਰਕੇ ਲੱਗਿਓ ਕਰਨ ਤਪ ਸਹਿਤ ਸੰਤਾਪੂ। ਬੜੇ ਵੱਡੇ ਉਹਨਾਂ ਨੇ ਸੰਤਾਪ, ਬੜੇ ਵੱਡੇ ਉਹਨਾਂ ਨੇ ਦੁੱਖ ਵੱਡੇ ਸਹਿ ਕਰਕੇ ਤਾਪ ਕਰਨਾ ਪ੍ਰਾਰੰਭ ਕਰ ਲਿਆ। ਮੰਦਰ ਗਿਰ ਦਰੋਣੀ ਪਰ ਠਾਡਾ, ਔਰ ਆਪ ਜਾ ਕਰਕੇ ਇਹ ਇੱਕ ਮੰਦਰ ਭਾਵ ਮੰਦਰਾਚਲ ਪਰਬਤ ਪਰ ਜਾ ਕਰਕੇ ਉੱਥੇ ਖਲੋ ਕੇ ਮਹਾ ਉਗਰ ਤਪ ਸੋਹਿਤ ਬਾਢਾ, ਔਰ ਵੱਡੇ ਤਪ ਨੂੰ ਧਾਰਨਾ ਸ਼ੁਰੂ ਕਰ ਲਿਆ। ਊਰਧ ਬਾਹੋ ਜਟਾ ਸਮਪਾਨਾ, ਔਰ ਬਾਹਾਂ ਇਹਨਾਂ ਉੱਪਰ ਖੋਲ ਕੇ ਉੱਪਰ ਕਰਕੇ ਔਰ ਜਟਾਵਾਂ ਖੋਲ ਕਰਕੇ ਛਿਤ ਪਰ ਪਗ ਅੰਗੁਸ਼ਟ ਟਿਕਾਨਾ, ਔਰ ਅੰਗੂਠੇ ਤੇ ਉੱਪਰ ਭਾਵ ਸਾਰਾ ਭਾਰ ਆਪਣਾ ਪੈਰ ਦੇ ਅੰਗੂਠੇ ਪਰ ਪਾ ਕਰਕੇ ਇਸ ਪ੍ਰਕਾਰ ਖਲੋ ਕੇ ਇਹਨਾਂ ਤਪ ਹਰਨਾਕਸ਼ ਨੇ ਤਪ ਤਾਪਣਾ ਸ਼ੁਰੂ ਕਰ ਲਿਆ। ਜਟਾਵਾਂ ਖੋਲ ਲਈਆਂ, ਹੱਥ ਉੱਪਰ ਨੂੰ ਕਰ ਲਏ। ਇਸ ਪ੍ਰਕਾਰ ਇਸ
ਤਰ੍ਹਾਂ ਖਲੋ ਕਰਕੇ ਇੱਕ ਅੰਗੂਠੇ ਉੱਪਰ ਖਲੋ ਕੇ ਪ੍ਰਮਾਤਮਾ ਨੂੰ ਆਰਾਧਨਾ ਪ੍ਰਾਰੰਭ ਕੀਤਾ। ਤਿਹ ਅਲੰਬ ਠੰਡੋ ਕਿਤ ਕਾਲਾ, ਬੜਾ ਸਮਾਂ ਇਸ ਪ੍ਰਕਾਰ ਇਸੇ ਤਰ੍ਹਾਂ ਹੀ ਰਹੇ। ਕੀਨ ਕਠਨ ਤਪ ਜਬਹਿ ਵਿਸਾਲਾ, ਬੜਾ ਵੱਡਾ ਇਹਨਾਂ ਨੇ ਜਿਹੜਾ ਕਠਨ ਤਪ ਘਾਲਣਾ ਪ੍ਰਾਰੰਭ ਕੀਤਾ। ਜਟ ਤੇ ਆਗਨ ਧੂਮ ਪ੍ਰਕਾਸ਼ਾ, ਜਦੋਂ ਲੰਮੇ ਕਈ ਵਰੇ ਲੰਘ ਗਏ ਫਿਰ ਜਟਾਵਾਂ ਦੇ ਵਿੱਚੋਂ ਸਿਰ ਦੇ ਵਿੱਚੋਂ ਵੀ ਭਾਵ ਇੱਕ ਧੂਏ ਵਤ ਉੱਠਣਾ ਪ੍ਰਾਰੰਭ ਹੋਇਆ। ਪਾਸਰ ਭਰਿਓ ਸੋ ਚੌਹਦਿਸ ਪੱਸਾ, ਔਰ ਸਾਰੇ ਪਾਸੇ ਧੂਆਂ ਪਸਰਿਆ। ਅਧ ਊਰਦ ਜਗ ਸਭ ਜਗਤ ਮਝਾਰੀ, ਸਾਰੇ ਪਾਸੇ ਹੀ ਜਗਤ ਦੇ ਅੰਦਰ ਕੋਈ ਵੀ ਥਾਂ ਬਾਕੀ ਨਾ ਰਹੀ। ਦੇਹ ਤੇ ਵਿਆਕੁਲ ਸੁਰ ਨਰ ਚਾਰੀ, ਔਰ ਹੁਣ ਜਿਵੇਂ ਜਿਵੇਂ ਕੋਈ ਸਨ ਕੋਈ ਦੇਵਤੇ ਆਦ ਉਹ ਵੀ ਇਸ ਪ੍ਰਕਾਰ ਬੜੇ ਹੀ ਵਿਆਕੁਲ ਹੋਏ। ਭਾਵ ਇਥੋਂ ਤੱਕ ਕਿ ਤਾਰੇ ਵੀ ਡਿੱਗਣੇ ਸ਼ੁਰੂ ਹੋਏ। ਸ਼ੁਭਤ ਸਿੰਧ ਤਾਰਾਂਗਣ ਗਿਰਹੀ, ਔਰ ਸਮੁੰਦਰਾਂ ਦੇ ਅੰਦਰ ਵੀ ਭਾਵ ਭੁਚਾਲ ਵਤ ਉੱਠਿਆ ਹੈ। ਦਹਿ ਦਿਸ ਪ੍ਰਲੈ ਜਵਾਲ ਜਨ ਜਰਹੀ, ਜਿਵੇਂ ਕਿਸੇ ਪਾਸੇ ਕੋਈ ਪਰਲੋ ਆ ਗਈ ਹੋਵੇ। ਦੀਪ ਸਹਿਤ ਸ਼ਿਤ ਸਰਬ ਵਿਸਾਲਾ, ਜਿਹੜੀ ਐਸਾ ਦੀਪ ਸਾਰੇ ਪਾਸਿਆਂ ਤੇ ਇਸ ਪ੍ਰਕਾਰ ਸੈਲ ਸੰਪੂਰਨ ਭਾਪੂ ਚਾਲਾ, ਔਰ ਪਹਾੜ ਵੀ ਇਸ ਪ੍ਰਕਾਰ ਉਹ ਵੀ ਕੰਬਣ ਲੱਗੇ ਹਰਨਾਕਸ਼ ਦੇ ਤਪ ਨੂੰ ਵੇਖ ਕਰਕੇ। ਇਸ ਪ੍ਰਕਾਰ ਉਹਨਾਂ ਨੇ ਕਠਨ ਤਪ ਕਰਨਾ ਪ੍ਰਾਰੰਭ ਕਰ ਲਿਆ। ਵੱਡੋ ਤਰਾਸ ਧਰ ਔਰ ਸੁਰ ਸਾਰੇ, ਬੜੇ ਵੱਡਾ ਹਿਰਦੇ ਅੰਦਰ ਡਰ ਧਾਰ ਕੇ ਜਿਤਨੇ ਵੀ ਦੇਵਤੇ ਸਨ ਕਮਲਾਸਨ ਕੇ ਪਾਸ ਪਿਧਾਰੇ, ਬ੍ਰਹਮਾ ਜੀ ਦੇ ਪਾਸ ਸਾਰੇ ਪਹੁੰਚੇ। ਬੰਧਨ ਕਰ ਨਿਜ ਬਿਨੈ ਸੁਨਾਈ, ਹੱਥ ਜੋੜ ਕਰਕੇ ਉਹਨਾਂ ਬੇਨਤੀ ਕੀਤੀ। ਕਸ ਨਿਚਿੰਤ ਤੁਮ ਲੋਕਨ ਰਾਈ, ਹੇ ਲੋਕਾਂ ਦੇ ਸੁਆਮੀ ਬ੍ਰਹਮਾ ਜੀ ਤੁਸੀਂ ਨਿਚਿੰਤ ਹੋ ਕੇ ਬੈਠੇ ਹੋ। ਤੁਹਾਡੇ ਹਿਰਦੇ ਦੇ ਅੰਦਰ ਕੀ ਇਸ ਗੱਲ ਦਾ ਕੀ ਖੌਫ ਨਹੀਂ? ਸਾਰੇ ਦੇਵਤਿਆਂ ਨੇ ਕਿਹਾ। ਹਿਰਨ ਕਸ਼ਪ ਤਪ ਕਰਤ ਕਠੋਰਾ, ਹਿਰਣਕਸ਼ਪ ਜਿਨ੍ਹਾਂ ਨੇ ਕਠੋਰ ਤਪ ਕਰਨਾ ਪ੍ਰਾਰੰਭ ਕੀਤਾ ਹੈ। ਜਗ ਮਹਿ ਪਹਿ ਪਸਰਿਓ ਚਹੋਰਾ, ਸਾਰੇ ਪਾਸੇ ਬੜਾ ਰੌਲਾ ਪਿਆ ਹੈ। ਇਕ ਸਿਨ ਧੀਰ ਨ ਰਹਿਤ ਹਮਾਰੀ, ਇੱਕ ਛਿਣ ਵੀ ਕਿਸੇ ਦੀ ਧੀਰਜ ਭਾਵ ਕਿਸੇ ਨੂੰ ਵੀ ਕੋਈ ਹੌਸਲਾ ਨਹੀਂ ਆ ਰਿਹਾ ਇੱਕ ਛਿਣ ਸਮੇਂ ਵਾਸਤੇ ਵੀ। ਤੇ ਉਪਸਮ ਕੋ ਕਰੋ ਵਿਚਾਰੀ, ਤੁਸੀਂ ਇਹਦਾ ਕੋਈ ਦਾ ਕੋਈ ਹੱਲ ਕਰੋ। ਤੁਸੀਂ ਆਪਣੇ ਹਿਰਦੇ ਅੰਦਰ ਵਿਚਾਰ ਕਰੋ। ਇਹ ਸ਼ਬਦ ਕੌਣ ਕਹਿ ਰਿਹਾ ਹੈ? ਦੇਵਤੇ ਕਹਿ ਰਹੇ ਹਨ ਬ੍ਰਹਮਾ ਜੀ ਨੂੰ। ਪ੍ਰਹਿਲਾਦ ਜੀ ਸਾਰੀ ਵਾਰਤਾ ਸੁਣਾ ਰਹੇ ਹਨ। ਕਹਿੰਦੇ ਇਸ ਪ੍ਰਕਾਰ ਇਹ ਬੇਨਤੀ ਬ੍ਰਹਮਾ ਜੀ ਤੱਕ ਪਹੁੰਚੀ। ਲੋਕ ਤੁਮਾਰ ਨਾ ਨਾਸਹਿ ਜਾਵਦ, ਕਿਤੇ ਆਪ ਜੀਆਂ ਦਾ ਵੀ ਇਹ ਰਾਜ ਭਾਗ ਆਪ ਜੀਆਂ ਕੋਲੋਂ ਨਾ ਖੁੱਸ ਜਾਵੇ। ਆਪ ਉਪਾਏ ਕਰੋ ਕੋ ਤਾਵਦ, ਤੁਸੀਂ ਕੋਈ ਨਾ ਕੋਈ ਹੁਣ ਇਹ ਉਪਾਅ ਕਰੋ। ਹਮ ਸੁਧ ਸੁਣੀ ਕਾਨ ਜਗ ਮਾਹੂ, ਕਹਿੰਦੇ ਜਿਸ ਪ੍ਰਕਾਰ ਜਦੋਂ ਉਹਨਾਂ ਕੰਨੀ ਇੰਨੀ ਬਾਤ ਸੁਣੀ ਹੈ, ਲੈਨ ਬ੍ਰਹਮਪੁਰ ਕੀ ਤਿਹ ਚਾਹੂ, ਅਸੀਂ ਸੁਣਿਆ ਹੈ ਕਿ ਉਹਦੇ ਹਿਰਦੇ ਦੇ ਅੰਦਰ ਹਰਨਾਕਸ਼ ਦੇ ਹਿਰਦੇ ਦੇ ਅੰਦਰ ਆਪ ਜੀਆਂ ਦੀ ਵੀ ਥਾਂ ਇਹ ਬ੍ਰਹਮਾਪੁਰੀ ਪੀ ਲੈਣ ਦੀ ਇੱਛਾ ਹੈ। ਪਾਪ ਪੁੰਨ ਕੋ ਭੇਦ ਮਿਟਾਊ, ਤੁਸੀਂ ਉਠੋ ਔਰ ਉੱਠ ਕਰਕੇ ਕੋਈ ਨਾ ਕੋਈ ਹੱਲ ਕਰੋ। ਉਹ ਤਾਂ ਪਾਪ ਪੁੰਨ ਜਗਤ ਵਿੱਚੋਂ ਖਤਮ ਕਰਨੇ ਚਾਹੁੰਦਾ ਹੈ। ਪਰ ਰੀਤ ਜਗ ਬੀਚ ਜੇ ਚਲਾਊ, ਉਹਦੇ ਹੱਥ ਆ ਗਿਆ ਤੇ ਉਹਨੇ ਹੋਰ ਉਲਟੀ ਰੀਤ ਚਲਾਉਣੀ ਹੈ। ਅਸ ਪ੍ਰਕਾਰ ਜੋ ਹੋਏ ਕਦਾਪੀ, ਜੇ ਜਗਤ ਦੇ ਅੰਦਰ ਇਸ ਪ੍ਰਕਾਰ ਜੇ ਵਾਪਰ ਵੀ ਗਿਆ, ਮਿਟੇ ਬੇਦ ਬਿਦ ਪੁੰਨ ਰੋ ਪਾਪੀ, ਔਰ ਵੇਦਾਂ ਦਾ ਪ੍ਰਤਾਪ ਘਟ ਜਾਏਗਾ। ਸਿਮਰਤ ਸ਼ਾਸਤਰਾਂ ਦਾ ਇਸ ਪ੍ਰਕਾਰ ਜਿਹੜਾ ਪ੍ਰਤਾਪ ਹੈ ਉਹ ਜਗਤ ਵਿੱਚੋਂ ਖਤਮ ਹੋ ਜਾਏਗਾ। ਅਸ ਅਬ ਜਸ ਉਚਿਤ ਆਪ ਤਸ ਕਰੀਏ, ਹੁਣ ਜਿੱਦਾਂ ਤੁਹਾਡੀ ਖੁਸ਼ੀ ਸਾਡਾ ਕੰਮ ਸੀ ਤੁਹਾਨੂੰ ਬੇਨਤੀ ਕਰਨੀ। ਹੁਣ ਜਿੱਦਾਂ ਤੁਹਾਡੀ ਖੁਸ਼ੀ ਬ੍ਰਹਮਾ ਜੀ ਤੁਸੀਂ ਹੁਣ ਕਰੋ। ਨਾਥ ਜਗਤ ਸੰਕਟ ਪਰ ਹਰੀਏ, ਹੁਣ ਨਾਥ ਜੀ ਜਗਤ ਤੇ ਆਇਆ ਹੋਇਆ ਸੰਕਟ ਤੁਸੀਂ ਦੂਰ ਕਰੋ। ਗੋ ਦਿਜ ਧੇਨ ਜੇ ਸੰਤ ਮਹਾਨਾ, ਜੇਕਰ ਗਊ ਦਿਜਬਰ ਔਰ ਵੱਡੇ ਵੱਡੇ ਸੰਤ ਰਿਖੀ, ਕਰਨਹਾਰ ਸਭ ਕੇ ਕਲਿਆਣਾ, ਔਰ ਇਹ ਤਾਂ ਜਗਤ ਵਿੱਚ ਸਾਰੇ ਕਲਿਆਣ ਕਰਤਾ ਹਨ। ਸਾਗਰੇ ਕਰਮ ਧਰਮ ਕੇ ਸੇਤੂ, ਇਹ ਤਾਂ ਕਰਮ ਧਰਮ ਦੇ ਭਾਵ ਸੇਤੂ ਹਨ।
ਤੁਮ ਭੂਤਨ ਕੇ ਕਰਤਾ ਹੇਤੂ ਔਰ ਕਿਰਪਾ ਕਰੋ ਤੁਸੀਂ ਉਹਨਾਂ ਦੀ ਰੱਖਿਆ ਕਰੋ। ਸੋਨ ਬਿਰੰਚ ਅਮਰਨ ਕੀ ਬਾਨੀ ਇਸ ਪ੍ਰਕਾਰ ਬ੍ਰਹਮਾ ਜੀ ਨੇ ਉਹਨਾਂ ਦੀ ਬੇਨਤੀ ਨੂੰ ਸੁਣਿਆ ਨਿਜ ਹਿਤ ਕੀ ਲਖ ਕਰ ਸਨਮਾਨੀ ਔਰ ਉਹਨਾਂ ਨੇ ਆਪਣੇ ਵੱਲੋਂ ਆਇਆ ਹੋਇਆਂ ਰਿਖੀਆਂ ਦਾ ਸਨਮਾਨ ਕੀਤਾ। ਗਮਨਿਓ ਦੈਤ ਰਾਜ ਕੇ ਪਾਸਾ ਹੁਣ ਜਿਹੜੇ ਪਾਸੇ ਹਰਨਾਕਸ਼ ਤਪ ਸਾਧ ਰਿਹਾ ਹੈ ਮੰਦਰਾਚਲ ਪਰਬਤ ਵੱਲ, ਇੱਕ ਅੰਗੂਠੇ ਦੇ ਭਾਰ ਦੇ ਉੱਪਰ ਪੈਰ ਦੇ ਅੰਗੂਠੇ ਉੱਪਰ ਖਲੋ ਕਰਕੇ ਕਿਤਨੇ ਵਰਖ ਲੰਘਾ ਦਿੱਤੇ ਉਹਨਾਂ ਨੇ ਇਸ ਪ੍ਰਕਾਰ ਤਪ ਤਾਪਦਿਆਂ। ਕਰਤ ਕਠਨ ਥੋ ਤਪ ਜਿਹ ਆਸਾ ਜਿਹੜੀ ਥਾਂ ਤੇ ਆਸਾ ਮਨ ਦੇ ਅੰਦਰ ਰੱਖ ਕਰਕੇ ਤਪ ਕਰ ਰਹੇ ਸਨ, ਸੋ ਤੇ ਠਾਨਹਿ ਦੇਤ ਦਿਖਾਈ ਕਹਿੰਦੇ ਉਹ ਥਾਂ ਤਾਂ ਦਿਸਦੀ ਵੀ ਨਹੀਂ ਸੀ ਜਿਹੜੀ ਥਾਂ ਉਹ ਖਲੋਤੇ ਸਨ। ਤ੍ਰਿਣ ਤਰ ਲਤਾ ਦੇਹ ਸਭ ਸਾਰੇ ਛਾਈ ਪਾਸੇ ਉਹਨਾਂ ਦੇ ਤਾਂ ਆਲੇ ਦੁਆਲੇ ਵੱਡੀਆਂ ਵੱਡੀਆਂ ਝਾੜੀਆਂ ਤੱਕ ਉਗ ਆਈਆਂ। ਭੇਦ ਸਰੀਰ ਕੁਸਾ ਕੋ ਬਿਉਹਾ ਕਹਿੰਦੇ ਸਰੀਰ ਦਾ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਸਰੀਰ ਵਿੱਚ ਕਿੱਥੇ ਹੈ। ਆਲੇ ਦੁਆਲੇ ਸਾਰੇ ਪਾਸੇ ਹੀ ਵੱਡੀਆਂ ਵੱਡੀਆਂ ਝਾੜੀਆਂ ਆਦਿ ਸਨ। ਬੇਨ ਬ੍ਰਿਸ਼ ਕੇ ਖਰੇ ਸਮੂਹਾ ਆਲੇ ਦੁਆਲੇ ਵੱਡੇ ਵੱਡੇ ਬਾਂਸਾਂ ਦੇ ਰੁੱਖ ਆਦਿ ਸਨ। ਬੰਬੀ ਜਿਹ ਕੇ ਤਨ ਚਹੁ ਓਰੇ ਔਰ ਆਲੇ ਦੁਆਲੇ ਸਿਉਂਕ ਨੇ ਵੱਡੇ ਢੇਰ ਵੱਡੇ ਘਰ ਆਪਣੇ ਘਰ ਪਾ ਲਏ ਸਨ। ਅਸਥ ਮਾਤਰ ਰਹਿ ਗਏ ਤਹ ਜੋਰੇ ਔਰ ਸਰੀਰ ਵੀ ਕੇਵਲ ਮੁੱਠੀ ਪਰ ਸਰੀਰ ਹੀ ਬਾਕੀ ਰਹਿ ਗਿਆ। ਤੁਚਾ ਮੇਦ ਸ੍ਰੋਨਤ ਪੁਨ ਮਾਸੂ ਔਰ ਕੀ ਹੱਡੀਆਂ ਕੀ ਚਮੜੀ ਕੀ ਮਾਸ, ਭਖ ਗਈ ਸਭ ਪਪੀਲ ਕਾ ਤਾਸੂ ਸਰੀਰ ਨੂੰ ਤਾਂ ਕੀੜੀਆਂ ਨੇ ਹੀ ਚੂੰਡ ਲਿਆ। ਯੋਂ ਬੰਬੀ ਤ੍ਰਿਨ ਮਾਹੇ ਪ੍ਰਕਾਸ਼ੇ ਔਰ ਇਸ ਪ੍ਰਕਾਰ ਜਦੋਂ ਕੋਈ ਬਾਹਰੋਂ ਉਹਨਾਂ ਵੱਲੇ ਤੱਕਿਆ ਪਹਿਲਾਂ ਤੇ ਉਹ ਦਿਖਾਈ ਨਾ ਦਿੱਤੇ ਬ੍ਰਹਮਾ ਜੀ ਨੂੰ ਹਰਨਾਕਸ਼। ਸੂਰਜ ਦੀਆਂ ਕਿਰਨਾਂ ਪਈਆਂ ਤੇ ਫਿਰ ਵਿੱਚੋਂ ਉਹਨਾਂ ਨੇ ਬਾਂਸਾਂ ਦੇ ਵਿੱਚੋਂ ਵੇਖਿਆ ਹੈ। ਮਨ ਹੋ ਮੇਘ ਮੈਂ ਦਿਨ ਕਰ ਭਾਸੇ ਜਿਵੇਂ ਇਸ ਪ੍ਰਕਾਰ ਜਿਵੇਂ ਬੱਦਲਾਂ ਦੇ ਵਿੱਚੋਂ ਸੂਰਜ ਦਿਖਾਈ ਦਵੇ ਥੋੜਾ ਥੋੜਾ, ਇਸ ਪ੍ਰਕਾਰ ਤਪ ਕਠਨੀ ਅਵਲੋਕ ਵਿਧਾਤਾ ਇਹ ਅਵਧੂਤ ਪ੍ਰਮਾਤਮਾ ਨੇ ਇੰਨਾ ਕਠਨ ਤਪ ਵੇਖ ਕਰਕੇ ਬਿਸਮਿਓ ਹਿਰਦੈ ਨਾ ਕਛ ਕਹਿ ਜਾਤਾ ਔਰ ਹਿਰਦੇ ਅੰਦਰ ਰਸਨਾ ਤੋਂ ਕੁਝ ਵੀ ਨਾ ਬੋਲੇ, ਹਿਰਦੇ ਅੰਦਰ ਬੜੇ ਹੀ ਬਿਸਮ ਭਾਵ ਹੈਰਾਨ ਹੋਏ ਹਨ। ਉੱਚੇ ਸੁਰ ਸੋਂ ਗਿਰਾ ਉਚਾਰੀ ਬ੍ਰਹਮਾ ਜੀ ਨੇ ਹਰਨਾਕਸ਼ ਵੱਲੇ ਉੱਚੀ ਆਵਾਜ਼ ਵਿੱਚ ਕਿਹਾ ਹੈ, ਉਠ ਸੁਤ ਜੱਗੇ ਸੋ ਕ੍ਰਿਤ ਫਲ ਭਾਰੀ ਉਠੋ ਪੁੱਤਰ ਜੀ ਹੁਣ ਤੁਹਾਡੇ ਕੀਤੇ ਹੋਏ ਤਪ ਦਾ ਫਲ ਲੈਣ ਦਾ ਸਮਾਂ ਆ ਗਿਆ ਹੈ। ਸੋ ਕਿਰਤ ਤੁਸਾਂ ਨੇ ਜਿਹੜਾ ਇਹ ਕਠਨ ਤਪ ਤਾਪਿਆ ਹੈ ਉਹਦਾ ਫਲ ਲੈਣ ਦਾ ਸਮਾਂ ਆਇਆ ਹੈ। ਪੂਰਬ ਤਪ ਨਾ ਕੀਨ ਅਸ ਕਾਹੀ ਅਜਿਹਾ ਤਪ ਪਹਿਲਾਂ ਤਾਂ ਕਦੇ ਕਿਸੇ ਨੇ ਸਾਧਿਆ ਤੱਕ ਨਹੀਂ ਸੀ। ਆਗੇ ਕੋ ਨਾ ਕਰੈ ਜਗ ਮਾਹੀ ਹਰਨਾਕਸ਼ ਜਿਤਨਾ ਤੂੰ ਤਪ ਤਾਪ ਲਿਆ ਹੈ ਅੱਗੇ ਤੋਂ ਵੀ ਕੋਈ ਇੰਨਾ ਨਹੀਂ ਕਰ ਸਕੇਗਾ। ਦਿਵਯ ਬਰਖ ਸਤ ਨੀਰ ਬਹੀਨਾ ਇਤਨਾ ਲੰਮਾ ਸਮਾਂ ਆਪ ਜੀਆਂ ਨੇ ਕਈ ਹਜ਼ਾਰਾਂ ਵਰਖ ਆਪ ਜੀਆਂ ਨੇ ਇਸ ਪ੍ਰਕਾਰ ਬਤੀਤ ਕਰ ਦਿੱਤੇ, ਉਹ ਵੀ ਪਾਣੀ ਅੰਨ ਤੋਂ ਬਿਨਾ। ਪ੍ਰਾਨ ਰੱਖੇ ਬਿਨ ਆਸਨ ਪਰ ਬੀਨਾ ਔਰ ਆਪਣੇ ਪ੍ਰਾਣਾਂ ਨੂੰ ਇਸ ਪ੍ਰਕਾਰ ਤੁਸਾਂ ਨੇ ਰੋਟੀ ਪਾਣੀ ਤੋਂ ਬਿਨਾ ਜੀਵਤ ਰੱਖਿਆ ਹੈ। ਤਪ ਅਵਲੋਕ ਕਠਨ ਵੱਡ ਤੇਰੋ ਮੈਂ ਤੇਰਾ ਵੱਡਾ ਤਪ ਵੇਖ ਕਰਕੇ ਹਿਰਦੈ ਰਹਿ ਨਾ ਧੀਰਜ ਮੇਰੇ ਮੇਰੋ ਹਿਰਦੇ ਅੰਦਰ ਬ੍ਰਹਮਾ ਜੀ ਲੱਗੇ ਕਹਿਣ ਮੇਰੇ ਹਿਰਦੇ ਅੰਦਰ ਧੀਰਜ ਹੀ ਨਹੀਂ ਰਿਹਾ। ਤਪ ਪ੍ਰਭਾਵ ਤੇ ਜੀਤਾ ਮੋਹੀ ਤੁਸਾਂ ਨੇ ਮੈਨੂੰ ਜਿੱਤ ਲਿਆ ਹੈ ਆਪਣੇ ਤਪ ਦੇ ਪ੍ਰਭਾਵ ਨਾਲ। ਉਠ ਜਾਚੋ ਬੰਛਤ ਦਿਉ ਤੋਹੀ ਉਠੋ ਤੁਸੀਂ ਜੋ ਵੀ ਆਪਣੇ ਮੁਖ ਤੋਂ ਮੰਗੋਗੇ ਉਹ ਮੈਂ ਤੁਹਾਨੂੰ ਹੁਣੇ ਹੀ ਫਲ ਦੇ ਦਿੰਦਾ ਹਾਂ। ਲੱਖ ਅਮੋਗ ਮਮ ਦਰਸ਼ਨ ਜੋਈ ਉਹ ਉੱਠੇ ਹਨ ਲੱਖ ਅਮੋਗ ਮਮ ਦਰਸ਼ਨ ਜੋਈ ਤੁਸੀਂ ਦੀਦਾਰ ਪਾਵੋ। ਦਿਓ ਆਦਿਓ
ਬਸਤ ਜੋ ਹੋਈ। ਤੁਸੀਂ ਜਿਹੜੀ ਵੀ ਹੁਣ ਮੰਗ ਮੰਗੋਗੇ ਉਹ ਮੈਂ ਤੁਹਾਡੀ ਮੰਗ ਪੂਰੀ ਕਰਾਂਗਾ। ਅਸ ਕਹਿ ਤਿਨ ਤਨ ਤੇ ਤ੍ਰਿਨ ਟਾਰੇ। ਇਸ ਪ੍ਰਕਾਰ ਉਹਨਾਂ ਨੇ ਜਿਹੜੇ ਪਹਿਲਾਂ ਤਾਂ ਆਲੇ ਦੁਆਲੇ ਵੱਡੇ ਵੱਡੇ ਰੁੱਖ ਆਦਿ ਸਨ, ਝਾੜੀਆਂ ਆਦਿ ਸਨ, ਪਹਿਲਾਂ ਤਾਂ ਹੱਥਾਂ ਨਾਲ ਬ੍ਰਹਮਾ ਜੀ ਨੇ ਉਹ ਦੂਰ ਕੀਤੀਆਂ। ਲੈ ਕਰ ਮਹਿ ਜਲ ਅੰਜੁਲ ਹਾਰੇ। ਫਿਰ ਆਪਣੀਆਂ ਭਾਵ ਹੱਥ ਵਿੱਚ ਲੈ ਕਰਕੇ ਜਲ ਤੇ ਜਲ ਦਾ ਛਿੱਟਾ ਮਾਰਿਆ। ਪ੍ਰਗਟਿਓ ਤਬ ਪ੍ਰਚੰਡ ਬਲ ਕਰਕੇ। ਬੜੇ ਤੇਜ ਪ੍ਰਚੰਡ ਦੇ ਨਾਲ ਫਿਰ ਹਰਨਾਕਸ਼ ਪ੍ਰਗਟ ਹੋਇਆ। ਬੱਜਰ ਸਮਾਨ ਨਿਠੁਰ ਤਨ ਧਰਕ। ਔਰ ਸਰੀਰ ਵੀ ਬੱਜਰ ਸਮਾਨ ਕਠੋਰ ਹੋ ਗਿਆ। ਹੇਮ ਤਪਤ ਕੇ ਕ੍ਰਾਂਤ ਸਮਾਨਾ। ਔਰ ਇਸ ਪ੍ਰਕਾਰ ਜਿਹੜਾ ਸਰੀਰ ਵੀ ਉਹ ਵੀ ਸੁੰਦਰ ਹੋ ਗਿਆ। ਮਨ ਦੂਸਰ ਭਇਓ ਕਿਰਸਾਨਾ। ਇਸ ਪ੍ਰਕਾਰ ਜਿਵੇਂ ਅਗਨੀ ਦਾ ਕੋਈ ਦੂਸਰਾ ਦੇਵਤਾ ਪ੍ਰਗਟ ਹੋ ਗਿਆ ਹੋਵੇ। ਅਗਰਜ ਦੇਖਿਓ ਬ੍ਰਹਮਾ ਠਾਡਾ। ਸਾਵੇਂ ਵੇਖਿਆ ਕਿ ਬ੍ਰਹਮਾ ਜੀ ਖਲੋਤੇ ਹਨ। ਹਿਰਦੈ ਅਤਸ਼ੈ ਆਨੰਦ ਬਾਢਾ। ਹਿਰਦੇ ਅੰਦਰ, ਕਿਉਂਕਿ ਜਿਸ ਦਿਨ ਨੂੰ ਜਿਸ ਕਾਰਜ ਵਾਸਤੇ ਖਲੋਤੇ ਹਨ ਉਹ ਘੜੀ ਆ ਗਈ। ਹਿਰਦੇ ਅੰਦਰ ਬੜਾ ਇਹ ਖੁਸ਼ ਹੋਇਆ ਹਰਨਾਕਸ਼, ਬੜਾ ਇਹ ਪ੍ਰਸੰਨ ਹੋਇਆ ਬ੍ਰਹਮਾ ਜੀ ਨੂੰ ਸਾਵੇਂ ਵੇਖ ਕੇ। ਬੰਧਨ ਕੀਨ ਹਾਥ ਦੁਇ ਜੋੜੀ। ਦੋਵੇਂ ਹੱਥ ਜੋੜ ਕੇ ਪਹਿਲਾਂ ਤਾਂ ਨਮਸਕਾਰ ਕੀਤੀ ਹੈ। ਉਸਤਤ ਲਾਗੋ ਕਰਨ ਬਹੋਰੀ। ਔਰ ਫਿਰ ਉਸਤਤ ਬ੍ਰਹਮਾ ਜੀ ਦੀ ਉਸਤਤ ਕਰਨ ਲੱਗਾ ਹਰਨਾਕਸ਼ ਦੋਵੇਂ ਹੱਥ ਜੋੜ ਕਰਕੇ। ਜਿਸ ਪ੍ਰਕਾਰ ਇਹਨਾਂ ਨੇ ਪਹਿਲਾਂ ਕਠਿਨ ਤਪ ਕਰ ਲਿਆ, ਬੜੀ ਇਹਨੇ ਤਪ ਕਰ ਲਿਆ। ਹਰਨਾਕਸ਼ ਨੇ ਬ੍ਰਹਮਾ ਜੀ ਕੋਲ ਗਏ ਹਨ ਔਰ ਜਦੋਂ ਕਿਹਾ ਕਿ ਤੂੰ ਕੋਈ ਵੀ ਆਪਣੇ ਰਸਨਾ ਤੋਂ ਮੰਗ, ਆਪਣੇ ਕੋਲ ਤੂੰ ਮੰਗ ਲੈ। ਇਤਨੇ ਸਮੇਂ ਦੀ ਜਾਚਨਾ ਤੋਂ ਬਾਅਦ ਫਿਰ ਮੰਗਿਆ ਕਿ ਤਪੋ ਰਾਜ ਤਾਂ ਮਿਲ ਗਿਆ, ਫਿਰ ਰਾਜੋਂ ਨਰਕ ਵਾਲੇ ਪਾਸੇ ਵੀ ਇਹ ਤੁਰਿਆ ਹੈ। ਕਿਸ ਪ੍ਰਕਾਰ ਭਗਤ ਪ੍ਰਹਿਲਾਦ ਜੀ ਨੇ ਆਪਣਾ ਉਹ ਸਾਰਾ ਹਾਲ ਵਿਵਰਨ ਕੀਤਾ ਹੈ। ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਵੀ ਕਈ ਥਾਵਾਂ ਤੇ ਸਾਹਿਬ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਭਗਤ ਪ੍ਰਹਿਲਾਦ ਜੀ ਦੀ ਉਦਾਹਰਣ ਦਿੱਤੀ ਹੈ। ਸੋ ਸਾਧ ਸੰਗਤ ਜੀ, ਇੱਥੇ ਹੀ ਸਮਾਂ ਸਮਾਪਤ ਹੈ। ਕਿਸ ਪ੍ਰਕਾਰ ਹਰਨਾਕਸ਼ ਬ੍ਰਹਮਾ ਜੀ ਦੇ ਸਾਹਮਣੇ ਜਾਚਨਾ ਕਰਦਾ ਹੈ ਉਹ ਆਪਾਂ ਪ੍ਰਸੰਗ ਅਗਲੇਰੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਫੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤ ਕੈ ਸਦਾ ਸੰਗ ਨਿਰਾਇਆਦਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ, ਏਕ
ਪ੍ਰਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।